डॉक्टर रवि गर्ग डायरैक्टर पायनियर इमीग्रेशन ICCRC मैंबर कैनेडा गवर्नमेंट एंड कैनेडा अंबैसी वालों मंजूरशुदा इमीग्रेशन कंसलटेंट कैनेडा अंबैसी जिसने वीज़ा देना उसकी वैबसाइट के नाम 2003 तो पायनियर इमीग्रेशन लाइन 100% ऑनैसट ट्रांसपेरेंट और रब नूं हाज़र नाज़र मन के तुहाडी केयर करते हुए तुहानूं सेवावां दिंदे आ रहे हैं। मेरे वालों सारिਆਂ ਨੂੰ नमस्कार सत श्री अकाल गुड मॉर्निंग थैंक यू फॉर बीइंग विद मी। जिथे भी मिलीदा है स्टूडेंट्स ਨੂੰ ਹੁਣ ਮੰਗਲਵਾਰ ਨੂੰ ਚੰਡੀਗੜ੍ਹ ਆਫਿਸ ਵਿੱਚ ਸਟੂਡੈਂਟਸ ਪੇਰੈਂਟਸ ਨੂੰ ਮਿਲਣ ਦਾ ਟਾਈਮ ਸੀਗਾ। ਬਹੁਤ ਸਾਰੇ ਮੇਰੇ ਵੀਰ ਭੈਣ ਭਰਾ ਸਟੂਡੈਂਟਸ ਮਿਲਣ ਆਏ, ਬਹੁਤ ਬਹੁਤ ਮਿਹਰਬਾਨੀ ਧੰਨਵਾਦ। ਇਸ ਮੰਗਲਵਾਰ 13 ਤਰੀਕ ਨੂੰ ਹਾਲਾਂਕਿ ਵਿਸਾਖੀ ਹੈਗੀ ਹੈ, ਉਸ ਦਿਨ ਫਿਰ ਮੰਗਲਵਾਰ ਦਾ ਦਿਨ ਚੰਡੀਗੜ੍ਹ ਆਫਿਸ ਦੇ ਵਿੱਚ ਮਿਲਾਂਗੇ। ਕੰਪਲਿਕੇਟਡ ਕੇਸਿਸ ਔਰ ਰਿਫਿਊਜ਼ਡ ਪ੍ਰੋਬਲਮਸ ਤਕਲੀਫਾਂ ਉਹੀ ਕਿ ਬੜੇ ਸਾਰੇ ਕੰਸਲਟੈਂਟਸ ਨੇ ਗੜਬੜ ਗਲਤ ਮਲਤ ਕੋਰਸਿਸ ਪੋਸਟ ਗ੍ਰੈਜੂਏਟ ਦੇਣ ਦੀ ਥਾਂ 'ਤੇ ਪੋਸਟ ਸੈਕੰਡਰੀ ਪ੍ਰੋਗਰਾਮ ਦਿੱਤੇ ਹੁੰਦੇ ਨੇ ਸਟੂਡੈਂਟਸ ਨੂੰ, ਗ੍ਰੈਜੂਏਟ ਸਟੂਡੈਂਟਸ ਨੂੰ। ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ। ਉਸ ਨੂੰ ਕਹਿ ਦਿੰਦੇ ਆ ਕਿ ਵੀ ਤੁਹਾਡਾ ਐਲੀਜੀਬਿਲਿਟੀ ਨਹੀਂ ਬਣਦੀ, ਜਦੋਂ ਕਿ ਬਣਦੀ ਹੁੰਦੀ ਆ। ਬੜੇ ਸਾਰੇ ਸਟੂਡੈਂਟਸ ਦੇ ਅਸੀਂ ਵੀਜ਼ਾ ਲੈ ਰਹੇ ਹਾਂ। ਹੁਣ ਵੀ ਸਟੂਡੈਂਟਸ ਬੜੇ ਦੁਚਿੱਤੇ ਔਰ ਟੈਨਸ਼ਨ ਪਰੇਸ਼ਾਨੀ 'ਚ ਹੁੰਦੇ ਨੇ ਕਿ ਲਾ ਸਕਦੇ ਆ ਕੇਸ ਕਿ ਨਹੀਂ ਲਾ ਸਕਦੇ, ਰਿਫਿਊਜ਼ ਨਾ ਹੋ ਜੇ, ਵੀਜ਼ੇ ਨਹੀਂ ਲੱਗਦੇ। ਇਸ ਤਰ੍ਹਾਂ ਦੀ ਆਮ ਕੰਸਲਟੈਂਟਸ ਜਿਹੜੇ ਐਕਸਪੀਰੀਅੰਸਡ ਨਹੀਂ ਹੈਗੇ, ਧਿਆਨ ਨਹੀਂ ਹੈਗਾ ਔਰ ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ, ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਔਰ ਸਟੂਡੈਂਟਸ ਗੁੰਮਰਾਹ ਹੋ ਜਾਂਦੇ ਨੇ, ਮਿਸਗਾਈਡ ਹੋ ਜਾਂਦੇ ਨੇ ਔਰ ਚਿੰਤਾ ਵਿੱਚ ਪੈ ਜਾਂਦੇ ਨੇ। ਉਹਨਾਂ ਦੇ ਵਾਸਤੇ ਵੈਲਕਮ। ਉਹ ਜਿਹੜਾ ਆਪਣੇ ਰਿਫਿਊਜ਼ਡ ਕੇਸਿਸ ਨੇ, ਆਪਣੀ ਰਿਫਿਊਜ਼ਲ ਲੈਟਰ, ਪੁਰਾਣੇ ਕਾਲਜ ਦੀ ਆਫਰ ਲੈਟਰ, ਸਾਰੇ ਡਾਕੂਮੈਂਟਸ ਨਾਲ ਲੈ ਕੇ ਆਉਣ। ਵੈਲਕਮ। ਤੁਹਾਡੇ ਵਾਸਤੇ ਕੰਪਨੀ ਦੀ ਫੀਸ ਆਲਮੋਸਟ ਜ਼ੀਰੋ ਦਾ ਮਤਲਬ ਨਿਲ ਕਰ ਦਿੱਤੀ। 2000 ਰੁਪਏ ਲੈਣੇ ਹੈ ਪੇਪਰ ਵਰਕ ਔਰ ਜਿਹੜੇ ਕਲੈਰੀਕਲ ਵਰਕਸ ਦੇ। ਬਾਕੀ ਜਿਹੜੇ ਤਕਰੀਬਨ ਨਹੀਂ ਲੈਂਦੇ, ਰਿਫਿਊਜ਼ਡ ਕੇਸਿਸ ਕੋਲੋਂ ਕੁਝ ਥੋੜ੍ਹੀ ਜਿਹੀ ਫੀਸ ਲੈਂਦੇ ਆ। ਵੈਲਕਮ ਔਰ ਆ ਸਕਦੇ ਹੋ। ਅਪਾਇੰਟਮੈਂਟ ਲੈ ਲੈਣੀ ਹੈ 70613 'ਤੇ ਗੱਲ ਕਰਕੇ ਅਪਾਇੰਟਮੈਂਟ ਲੈ ਲੈਣੀ ਹੈ। ਇੱਕ ਵਾਰ ਫਿਰ ਸਾਰਿਆਂ ਨੂੰ ਧੰਨਵਾਦ, ਨਮਸਕਾਰ। ਕੋਰੋਨਾ ਬਹੁਤ ਜ਼ਿਆਦਾ ਵੱਧਦਾ ਪਿਆ ਹੈਗਾ ਇੰਡੀਆ ਦੇ ਵਿੱਚ ਖਾਸ ਤੌਰ 'ਤੇ, ਔਰ ਕੈਨੇਡਾ ਦੇ ਵਿੱਚ ਵੀ ਲੋਕਡਾਊਨ ਹੋ ਗਿਆ ਅੱਜ ਤੋਂ। ontario ਦੇ ਵਿੱਚ ਸਟੇਟ ਦੇ ਵਿੱਚ ਕਰਬ ਸਾਈਡ ਪਿਕਅਪ ਦਾ ਮਤਲਬ ਇਹ ਕਿ ਜਿਹੜੇ ਅਸੈਂਸ਼ੀਅਲ ਆਈਟਮਸ ਨੇ, ਨਾਨ ਅਸੈਂਸ਼ੀਅਲ ਵਾਸਤੇ ਬੰਦ, ਸਿਰਫ ਅਸੈਂਸ਼ੀਅਲ ਆਈਟਮਸ ਜਿਸ ਤਰ੍ਹਾਂ ਖਾਣ ਪੀਣ ਦੀਆਂ ਚੀਜ਼ਾਂ ਦੇ ਵਾਸਤੇ ਕਰਬ ਸਾਈਡ ਪਿਕਅਪ ਅਲਾਊਡ ਹੋਣ ਦਾ ਮਤਲਬ ਇਹ ਕਿ ਔਨਲਾਈਨ ਆਰਡਰ ਦੇਣਾ ਉਹਨਾਂ ਨੂੰ, ਖਾਣ ਪੀਣ ਦੀਆਂ ਚੀਜ਼ਾਂ ਨੂੰ, ਮਾਲਸ ਨੂੰ ਔਰ ਸਟੋਰਸ ਨੂੰ। ਉਹਨਾਂ ਨੇ ਤੁਹਾਡਾ ਆਰਡਰ ਜਿਹੜਾ ਹੈ ਤਿਆਰ ਕਰ ਦੇਣਾ ਹੈਗਾ ਔਰ ਉੱਥੇ ਮਾਲਸ ਦੇ ਬਾਹਰ ਡੈਜ਼ਿਗਨੇਟਡ ਪਲੇਸਿਸ ਜਗ੍ਹਾ ਬਣੀ ਹੋਈ ਹੈ, ਉੱਥੇ ਜਾ ਕੇ ਗੱਡੀ ਲਾਣੀ ਆ, ਫੋਨ ਕਰਨਾ ਹੈ, ਉਹਨਾਂ ਨੇ ਸਮਾਨ ਬਾਹਰ ਤੁਹਾਡੀ ਗੱਡੀ ਦੇ ਵਿੱਚ ਦੇ ਜਾਣਾ ਹੈਗਾ ਔਰ ਪੈਸੇ ਜ਼ਿਆਦਾਤਰ ਜਿਹੜੇ ਨੇ ਔਨਲਾਈਨ ਹੀ ਕੱਟ ਜਾਣੇ ਨੇ ਇਸ ਤਰ੍ਹਾਂ ਦੀ, ਤਾਂ ਕਿ ਕਰੋਨਾ ਤੋਂ ਬਚਿਆ ਜਾ ਸਕੇ। ਇੰਡੀਆ ਦੇ ਵਿੱਚ ਵੀ ਲਾਕਡਾਊਨ ਹੌਲੀ ਹੌਲੀ ਵੱਧਦੇ ਪਏ ਨੇ, ਸਕੂਲ ਕਾਲਜ ਬੰਦ ਨੇ। ਡਰ ਪਹਿਲਾਂ ਹਾਲਾਂਕਿ 23 ਮਾਰਚ ਤੋਂ ਸ਼ੁਰੂ ਹੋ ਕੇ ਕਰੋਨਾ ਵਧਿਆ, ਇੱਕ ਵਾਰੀ ਬਹੁਤ ਡਰ ਫੈਲਿਆ, ਉਸ ਤੋਂ ਬਾਅਦ ਲੋਕਾਂ ਨੂੰ ਆਦਤ ਪੈ ਗਈ ਔਰ ਕੁਝ ਕੇਸਿਸ ਵੀ ਘਟ ਗਏ ਔਰ ਉਸ ਤੋਂ ਬਾਅਦ ਲੋਕਾਂ ਨੇ ਜਿਹੜੀਆਂ ਲਾਪਰਵਾਹੀਆਂ ਕਰਨੀਆਂ ਸ਼ੁਰੂ ਕਰਤੀਆਂ ਜਾਂ ਕਿ ਜਿਹੜੀ ਪ੍ਰੀਕਾਸ਼ਨ ਸੀਗੀਆਂ ਉਹਨਾਂ ਨੂੰ ਜਿਹੜਾ ਬੰਦ ਕਰ ਦਿੱਤਾ। ਹੁਣ ਜੋ ਵੀ ਕਾਰਨ ਸੀਗੇ, ਨਵਾਂ ਜਿਹੜਾ ਹੈ ਸਟ੍ਰੇਨ ਆਇਆ ਹੈਗਾ ਜਾਂ ਸਾਵਧਾਨੀਆਂ ਘਟੀਆਂ ਹੈਗੀਆਂ ਅਤੇ ਦੁਬਾਰਾ ਵੱਧ ਗਿਆ। ਤਕਰੀਬਨ 1.25 ਲੱਖ ਕੇਸ ਪਰ ਡੇ, ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਔਰ ਬੜੇ ਸਾਰੇ ਵਹਿਮ ਹਾਲੇ ਵੀ ਚੱਲਦੇ ਨੇ ਕਿ ਸ਼ਾਇਦ ਪੋਲੀਟੀਕਲ ਰੀਜ਼ਨਸ ਕਰਕੇ ਜਾਂ ਐਵੇਂ ਹੀ ਅਫਵਾਹ ਦੇ ਕਰਕੇ ਇਹ ਗੱਲਾਂ ਹੁੰਦੀਆਂ ਨੇ। ਪਰ ਮੇਰੇ ਵੀ ਨੋਨ ਕੁਛ ਲੋਕਾਂ ਦੀ ਡੈਥ ਹੋ ਗਈ। ਇੱਕ 45 ਸਾਲ ਦਾ ਸੀ ਕੋਈ ਜਾਣ ਪਛਾਣ ਵਾਲਾ, ਉਸ ਦੀ ਡੈਥ ਹੋਈ। ਸੋ ਇਹ ਕੋਈ ਵਹਿਮ ਕਰਨ ਵਾਲੀ, ਸੋਚਣ ਵਾਲੀ ਗੱਲ ਨਹੀਂ ਹੈਗੀ। ਇਹ ਸੱਚੀ ਮੁੱਚੀ ਕਰੋਨਾ ਜਿਹੜਾ ਹੈਗਾ ਇੱਕ ਖਤਰਨਾਕ ਬਿਮਾਰੀ ਔਰ ਕੋਈ ਹਿਸਾਬ ਨਹੀਂ ਹੈ। ਅਲੱਗ-ਅਲੱਗ ਲੋਕਾਂ ਦੀ ਅਲੱਗ-ਅਲੱਗ ਸੋਚ ਹੈਗੀ ਹੈ, ਕਿਉਂਕਿ ਕਰੋਨਾ ਦੀ ਗੱਲ ਇਸ ਕਰਕੇ ਕਰਨੀ ਪੈ ਰਹੀ ਹੈ। ਇੱਕ ਤਾਂ ਬੜਾ
ਮੈਟਰ ਆਫ ਕੰਸਰਨ ਇਸ ਵਕਤ ਬੜਾ ਆਫਤ ਵਾਲੀ ਚੀਜ਼ ਹੈਗੀ ਆ। ਔਰ ਸਾਡੇ ਜਿਹੜੇ ਵੀਜ਼ੇ ਔਰ ਸਟੂਡੈਂਟਸ ਦਾ ਜਾਣਾ, ਇਹ ਸਾਰੀਆਂ ਚੀਜ਼ਾਂ ਵੀ ਇਸ ਦੇ ਨਾਲ ਸੰਬੰਧਿਤ ਹੈਗੀਆਂ ਨੇ, ਰਿਲੇਟਡ ਹੈਗੀਆਂ ਨੇ। ਸੋ ਇਹ ਜਿਹੜੀ ਹੈ ਅੱਡ ਅੱਡ ਲੋਕਾਂ ਦੀ ਅੱਡ ਅੱਡ ਸੋਚਾਂ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ ਹੈਗਾ, ਅਤੇ ਕੋਈ ਕਹਿੰਦਾ ਜੀ ਇਹ ਚੀਜ਼ਾਂ ਖਾ ਲਾਂਗੇ ਅਤੇ ਇਮਿਊਨਿਟੀ ਵੱਧ ਜਾਏਗੀ, ਕੋਈ ਕਹਿੰਦਾ ਕਿ ਇਸ ਤਰ੍ਹਾਂ ਕਰ ਲਾਂਗੇ ਤਾਂ ਫਿਰ ਕਰੋਨਾ ਨਹੀਂ ਹੋਏਗਾ। ਕਰੋਨਾ ਜਿਹੜਾ ਹੈਗਾ ਕਿਸੇ ਨਾਲ ਕੋਈ ਭਾਈਬੰਦੀ ਨਹੀਂ, ਕੋਈ ਆਪਸਦਾਰੀ ਨਹੀਂ, ਕੋਈ ਇਸ ਨੇ ਨਹੀਂ ਦੇਖਣਾ। ਮੈਂ ਇੱਕ ਦੇਖ ਰਿਹਾ ਸੀ ਸੈਸਕੈਟੂਨ ਦੇ ਵਿੱਚ, ਉੱਥੇ ਜਿੱਥੇ ਰਹਿੰਦੇ ਆ, ਉੱਥੇ ਖਬਰ ਆ ਰਹੀ ਸੀ ਕਿ ਬੋਡੀ ਬਿਲਡਰ ਸੀਗਾ, ਬੜਾ ਤਗੜਾ ਬੋਡੀ ਬਿਲਡਰ, ਉਹ 1.5 ਮਹੀਨਾ ਹੌਸਪੀਟਲ ਦੇ ਵਿੱਚ ਰਹਿ ਕੇ ਜਦੋਂ ਆਇਆ, ਉਸਨੇ ਪਹਿਲਾਂ ਦੀ ਫੋਟੋ ਅਤੇ ਬਾਅਦ ਵਾਲੀ ਫੋਟੋ ਸ਼ੇਅਰ ਕੀਤੀ ਅਤੇ ਉਸ ਦੀ ਵਰਡਿੰਗ ਸੀਗੀ ਵੀ ਇਹ ਬੋਡੀ ਬਿਲਡਿੰਗ ਵਗੈਰਾ ਨੂੰ ਔਰ ਸਟਰੋਂਗ ਬੋਡੀ ਨੂੰ ਇਹ ਕੁਛ ਨਹੀਂ ਸਮਝਦਾ। ਔਰ ਵੈਂਟੀਲੇਟਰ ਤੱਕ ਜਾ ਕੇ ਜਦੋਂ ਬੰਦਾ ਮੁੜਦਾ, ਜੇ ਮੁੜ ਜਾਏ, ਵਾਹਿਗੁਰੂ ਮਿਹਰ ਕਰੇ ਅਤੇ ਮੁੜ ਜਾਵੇ, ਅਤੇ ਸ਼ਾਇਦ ਮਤਲਬ ਉਹ ਸਿਰਫ ਢਾਂਚਾ ਰਹਿ ਜਾਂਦਾ ਹੈਗਾ। ਸੋ ਕੋਈ ਇਸ ਤਰ੍ਹਾਂ ਦੀ ਆਪਣੇ ਆਪ 'ਤੇ ਉਹ ਨਹੀਂ ਸੋਚਣਾ ਕਿ ਇਹ ਛੱਡੂਗਾ, ਅਤੇ ਪੂਰਾ ਪਰਹੇਜ਼ ਕਰਕੇ ਕਰੋਨਾ ਤੋਂ ਬਚਾਵ ਹੀ ਇੱਕ ਬੈਸਟ ਤਰੀਕਾ ਹੈਗਾ। ਔਰ ਮੈਂ ਸਮਝਦਾ ਹੈਗਾ ਕਿ ਜਿਹੜੀ ਵੈਕਸੀਨੇਸ਼ਨ ਆਈਆਂ ਨੇ, ਗੌਰਮੈਂਟਸ ਪ੍ਰਮੋਟ ਕਰ ਰਹੀਆਂ ਨੇ, ਸੋਚ ਸਮਝ ਕੇ ਕੀਤਾ, ਸਾਰੇ ਵਰਲਡ ਓਵਰ ਚੱਲਦੀਆਂ ਪਈਆਂ ਨੇ ਵੈਕਸੀਨਸ। ਜਿਹੜੇ ਐਲੀਜੀਬਲ ਨੇ ਉਹ ਵੈਕਸੀਨਸ ਲਵਾ ਲੈਣ ਤਾਂ ਕਿ ਬਚਤ ਹੋ ਸਕੇ। ਔਰ ਉਸੇ ਤਰੀਕੇ ਨਾਲ ਈਵਨ ਕਿ ਮਾਸਕ ਜਿਹੜਾ ਹੈ, ਮਤਲਬ ਇਹ ਜ਼ਰੂਰੀ ਕਿ ਈਵਨ ਮੈਂ ਵੀ ਕਲਾਇੰਟਸ ਨਾਲ ਮਿਲਣ ਲੱਗੇ ਔਰ ਰਿਲੇਟਿਵਸ ਫਰੈਂਡਸ ਨਾਲ ਮਿਲਣ ਲੱਗੇ ਮਾਸਕ ਲਾ ਦਿੰਦਾ ਸੀਗਾ। ਦਿਲ ਹੁੰਦਾ ਸੀਗਾ ਕਿ ਵੀ ਸ਼ਕਲ ਦੇਖੀ, ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਹੁੰਦੇ ਹੋਏ ਜਿਹੜੇ ਐਕਸਪ੍ਰੈਸ਼ਨਸ, ਮੇਰੇ ਐਕਸਪ੍ਰੈਸ਼ਨਸ ਤੁਹਾਡੇ ਤੱਕ, ਤੁਹਾਡੇ ਫੇਸ ਐਕਸਪ੍ਰੈਸ਼ਨਸ ਮੇਰੇ ਤੱਕ ਪਹੁੰਚਣੇ ਜ਼ਰੂਰੀ ਹੁੰਦੇ ਨੇ। ਲੇਕਿਨ ਕਰੋਨਾ ਨੇ ਮਜਬੂਰ ਕਰ ਦਿੱਤਾ ਕਿ ਹੁਣ ਖਾਸ ਤੌਰ 'ਤੇ ਤੁਹਾਡੇ ਜੋ ਕੋਈ, ਅਗਰ ਪਹਿਲੀ ਗੱਲ ਤਾਂ ਘਰੋਂ ਬਾਹਰ ਨਹੀਂ ਨਿਕਲਣਾ, ਕੋਈ ਲੈਣਾ ਦੇਣਾ, ਮਿਲਣਾ ਜੁਲਣਾ, ਪਾਰਟੀ ਔਰ ਘੁੰਮਣਾ ਫਿਰਨਾ, ਸਭ ਕੁਛ ਹੋਟਲ ਰੈਸਟੋਰੈਂਟ 'ਤੇ ਖਾਣਾ ਔਰ ਕਿਸੇ ਨੂੰ ਮਿਲਣ ਜੁਲਣ ਵਾਸਤੇ ਜਾਣਾ, ਸਭ ਬੰਦ ਕਰਕੇ ਘਰੇ ਬੈਠਣਾ ਚਾਹੀਦਾ ਹੈਗਾ। ਔਰ ਅਗਰ ਕਿਸੇ ਫਰੈਂਡ ਰਿਲੇਟਿਵ ਕੋਲੇ ਜਾਂ ਈਵਨ ਸਟਾਫ ਕੋਲੇ ਕੋਈ ਜ਼ਰੂਰੀ ਮਿਲਣ ਦੀ ਨੌਬਤ ਆ ਜਾਵੇ ਅਤੇ ਮਾਸਕ ਜ਼ਰੂਰ ਦੋਨਾਂ ਨੇ ਪਾਇਆ ਹੋਵੇ ਇੱਕ ਦੂਜੇ ਦੇ ਸਾਹਮਣੇ। ਔਰ ਅਗਰ ਹੋ ਸਕੇ ਤਾਂ ਵਿੱਚ ਨੂੰ ਜਿਹੜਾ ਹੈ ਕੋਈ ਸੀਲਡ ਸ਼ੀਸ਼ੇ ਦੀ ਕੋਈ ਸੀਲਡ ਜਾਂ ਕੋਈ ਜਿਹੜਾ ਪਲਾਸਟਿਕ ਦਾ ਪਰਦਾ ਜਿਹੜਾ ਟਰਾਂਸਪੇਰੈਂਟ, ਇਸ ਤਰ੍ਹਾਂ ਦੀ ਕੋਈ ਚੀਜ਼ ਦੇ ਰਾਹੀਂ ਆਰ ਪਾਰ ਦੇਖ ਕੇ ਇੱਕ ਦੂਜੇ ਨੂੰ ਮਿਲਣਾ ਹੈ। ਅਤੇ ਮਾਸਕ ਦੇ ਇਲਾਵਾ ਜਿਹੜਾ ਹੈਗਾ ਸੈਨੀਟਾਈਜ਼ਰ ਯੂਜ਼ ਕਰੀਏ ਔਰ ਬਾਰ-ਬਾਰ ਹੱਥ ਧੋਣੇ ਹੈਗੇ ਆ। ਖਾਣਾ ਖਾਣ ਤੋਂ ਪਹਿਲਾਂ ਹੱਥ ਧੋਈਏ, ਖਾਣਾ ਖਾਣ ਤੋਂ ਬਾਅਦ। ਇਹ ਸਾਰਾ ਜਿਹੜਾ ਹੈਗਾ ਪ੍ਰੀਕਾਸ਼ਨਸ ਨੂੰ ਧਿਆਨ, ਡਿਸਟੈਂਸਿੰਗ ਜਿਹੜੀ ਹੈ ਵੱਧ ਤੋਂ ਵੱਧ ਦੂਰ ਹੋ ਕੇ ਗੱਲ ਕਰੀਏ ਔਰ ਉਹ ਵੀ ਮਾਸਕ ਪਾ ਕੇ। ਸੋ ਪੂਰਾ ਧਿਆਨ ਰੱਖ ਕੇ ਸਾਰੀਆਂ ਗੱਲਾਂ ਗੌਰਮੈਂਟਸ ਦੱਸਦੀਆਂ ਨੇ, ਥਾਂ ਥਾਂ 'ਤੇ ਆਉਂਦੀਆਂ ਪਈਆਂ ਨੇ, ਮੇਰੇ ਬਾਹਲਾ ਦੱਸਣ ਦੀ ਜ਼ਰੂਰਤ ਤਾਂ ਨਹੀਂ ਹੈਗੀ। ਪਲੀਜ਼ ਟੇਕ ਕੇਅਰ, ਮੇਰੀ ਵੀ ਰਿਕੁਐਸਟ ਹੱਥ ਜੋੜ ਕੇ, ਤਾਂ ਕਿ ਬਚਿਆ ਜਾ ਸਕੇ। ਔਰ ਕਰੋਨਾ ਦੇ ਚੱਲਦਿਆਂ ਮੈਂ ਜਿਸ ਤਰ੍ਹਾਂ ਦੱਸ ਰਿਹਾ ਸੀ, ਓਨਟੇਰੀਓ ਦੇ ਵਿੱਚ ਲੋਕਡਾਊਨ, ਇੰਡੀਆ ਦੇ ਵਿੱਚ ਲੋਕਡਾਊਨ, ਹਾਲਾਂਕਿ ਈਸ਼ਵਰ ਦੀ ਕਿਰਪਾ ਕਿ ਨਿਊਜ਼ੀਲੈਂਡ, ਆਸਟ੍ਰੇਲੀਆ ਨੇ ਜ਼ਿਆਦਾਤਰ ਆਉਣਾ ਜਾਣਾ ਬੰਦ ਕੀਤਾ ਪਿਆ, ਲੇਕਿਨ ਕੈਨੇਡਾ ਦੇ ਦਰਵਾਜ਼ੇ ਅਸੀਂ ਲੱਕੀ ਹੈਗੇ ਹਾਂ, ਹੁਣ ਵੀ ਖੁੱਲ੍ਹੇ ਨੇ। ਜ਼ਿਆਦਾਤਰ ਸਟੂਡੈਂਟਸ ਕੈਨੇਡਾ ਜਾ ਰਹੇ ਨੇ ਔਰ ਕੈਨੇਡਾ ਦੇ ਵੀਜ਼ੇ ਵੀ ਲੱਗਦੇ ਪਏ ਆ, ਬਹੁਤ ਹਾਈ ਸਕਸੈਸ ਰੇਟ, ਕੋਈ ਪ੍ਰੋਬਲਮ ਨਹੀਂ। ਔਰ ਜਿਨ੍ਹਾਂ ਦੇ ਕੋਈ ਕੇਸਿਸ ਰਿਫਿਊਜ਼ ਹੋ ਜਾਂਦੇ ਨੇ ਉਹ ਵੀ ਕੋਈ ਪ੍ਰੋਬਲਮ ਨਹੀਂ, ਸਾਡੇ ਕੋਲ ਆ ਜਾਣ, ਵੈਲਕਮ। ਰੀਜ਼ਨ ਦੇਖ ਕੇ ਕਿਉਂ ਹੋਇਆ, ਈਵਨ ਕੇਪਸ ਦੇ ਵਿੱਚ ਕਈ ਵਾਰੀ ਰਿਫਿਊਜ਼ਲ ਲੈਟਰ ਜਿਹੜੀ ਹੁੰਦੀ ਹੈ ਕਾਪੀ ਪੇਸਟ ਕੀਤੀ ਹੁੰਦੀ ਹੈ, ਸਿਰਫ ਨਾਂ ਬਦਲਿਆ ਹੁੰਦਾ ਹੈ, ਅਤੇ ਵਿਚਾਰੇ ਕਲਾਇੰਟਸ ਕੋਸ਼ਿਸ਼ ਕਰਦੇ ਆ, ਸਟੂਡੈਂਟਸ ਕਿ ਕੀ ਦੇਖੀਏ ਕੀ ਕਾਰਨ ਹੈਗਾ, ਕੀ ਰਿਫਿਊਜ਼ਲ ਦੇ ਵਿੱਚ ਲਿਖਿਆ ਹੈਗਾ, ਉਹਦੇ ਵਿੱਚ ਕਾਪੀ ਪੇਸਟ ਤੁਸੀਂ ਲੱਭ ਨਹੀਂ ਸਕਦੇ। ਈਵਨ ਆਈ ਵਾਸ਼ ਜਿਹਾ ਹੁੰਦਾ ਹੈ ਕਿ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਐਕਚੁਅਲ ਦੇ ਵਿੱਚ, ਸਿਰਫ ਉੱਪਰ ਨਾਂ ਚੇਂਜ ਹੁੰਦਾ। 1000 ਜੇ ਰਿਫਿਊਜ਼ਲਾਂ ਹੈਗੀਆਂ ਨੇ ਸੇਮ ਹੋਣਗੀਆਂ, ਸੋ ਇਟ ਡਜ਼ਨਟ ਮੇਕ ਅ ਡਿਫਰੈਂਸ, ਉਹਦੇ ਨਾਲ ਨਹੀਂ ਪਤਾ ਲੱਗੇਗਾ। ਕੇਪਸ ਨੋਟਸ ਜਿਹੜਾ ਅਪਲਾਈ ਕਰ ਸਕਦੇ ਹਾਂ, ਕਈ ਵਾਰੀ ਆਪਾਂ ਨੂੰ ਪਤਾ ਲੱਗਦਾ ਵੀਜ਼ਾ ਆਫਿਸਰ ਦਾ ਕਿ ਕੀ ਸੋਚ ਕੇ ਉਸਨੇ ਰਿਫਿਊਜ਼ ਕੀਤਾ। ਕਦੇ ਕਦੇ ਕਲੀਅਰ ਵਰਡਸ ਦੇ 'ਚ ਲਿਖਿਆ ਹੁੰਦਾ ਹੈ ਔਰ ਬਹੁਤ ਵਾਰੀ ਉੱਥੇ ਵੀ ਕਾਪੀ ਪੇਸਟ ਹੁੰਦਾ, ਉੱਥੋਂ ਵੀ ਪਤਾ ਨਹੀਂ ਲੱਗਦਾ। ਲੇਕਿਨ ਸਾਡੀ 2003 ਤੋਂ ਕੰਪਨੀ ਔਰ ਹਜ਼ਾਰਾਂ ਕੇਸ ਸਟੱਡੀ ਵੀਜ਼ਾ ਦੇ ਵਨ ਆਫ ਦਾ ਟਾਪ 5, 7, 10 ਇਨ ਇੰਡੀਆ ਇਨ ਟਰਮਸ ਆਫ ਨੰਬਰ ਆਫ ਸਟੂਡੈਂਟਸ ਵੀ ਸੈਂਡ ਟੂ ਕੈਨੇਡਾ। ਔਰ ਜਿਹੜਾ ਸਾਡਾ ਕੰਮ ਨੂੰ ਦੇਖਦੇ ਹੋਏ ਔਰ ਅੱਛੀ ਗੱਲ ਇਹ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਓਨੈਸਟੀ ਸਪੈਸ਼ਲਿਸਟ ਹੋਣ ਕਰਕੇ ਲੋਕੀ ਬਹੁਤ ਮਾਣ ਇੱਜ਼ਤ ਦਿੰਦੇ, ਬਹੁਤ ਰਸ ਹੁੰਦਾ, ਬਹੁਤ ਸਾਰੇ ਕੇਸਿਸ ਦੇਖਦੇ ਆ, ਬਹੁਤ ਲੰਬਾ 2003 ਦਾ ਐਕਸਪੀਰੀਅੰਸ, ਆਪ ਪਰਸਨਲ ਕੇਅਰ ਕਰਕੇ ਸਾਰੇ ਕੇਸਿਸ ਨੂੰ ਦੇਖਣਾ ਔਰ ਉਸ ਐਕਸਪੀਰੀਅੰਸ ਦੇ ਨਾਲ ਪਤਾ ਲੱਗ ਜਾਂਦਾ, ਸਾਨੂੰ ਪਤਾ ਹੁੰਦਾ ਹਿਸਾਬ ਦਾ ਕਿ ਕਿਉਂ ਰਿਫਿਊਜ਼ਲ ਹੋਈ ਹੈ। ਔਰ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਸਾਰਾ ਕੁਝ ਕਾਲਜ ਕੋਰਸ ਸਹੀ ਦਿੱਤਾ ਹੁੰਦਾ, ਅਸੀਂ ਦਿੱਤਾ, ਮੰਨ ਲਓ ਰਿਫਿਊਜ਼ ਹੋ ਗਿਆ, ਹੁਣ 55% ਵਾਲੇ ਦਾ ਰਿਫਿਊਜ਼ ਹੋ ਗਿਆ, ਅਤੇ
ਇਹ ਚੀਜ਼ ਹੁੰਦੀ ਹੈ ਕਿ ਵੀ ਅਸੀਂ ਦੁਬਾਰਾ ਜਦੋਂ ਅਪਲਾਈ ਕਰਦੇ ਹਾਂ ਤੇ ਸਾਨੂੰ ਪਤਾ ਹੁੰਦਾ ਨੰਬਰ ਘੱਟ ਨੇ, ਕੋਈ ਚੰਗਾ ਲੀਨੀਅੰਟ ਵੀਜ਼ਾ ਆਫੀਸਰ ਦੇ ਦੇਗਾ, ਸਟ੍ਰਿਕਟ ਵੀਜ਼ਾ ਆਫੀਸਰ ਨਹੀਂ ਦੇਗਾ। ਲੇਕਿਨ ਕਈ ਵਾਰੀ 70% ਵਾਲੇ ਦਾ ਰਿਫਿਊਜ਼ ਕਰ ਦਿੱਤਾ, ਦੁਬਾਰਾ ਲਾਵਾਂਗੇ ਤੇ ਇੱਕ ਕਿਸਮ ਦੀ ਡਿਸਕਸ਼ਨ ਔਰ ਬਹਿਸ ਵਾਲੀ ਗੱਲ ਕਰਕੇ ਅਸੀਂ ਲੈਟਰ ਵਗੈਰਾ ਨਾਲ ਲਾ ਕੇ ਜਦੋਂ ਅਸੀਂ ਲਾਉਂਦੇ ਹਾਂ ਕੇਸ, ਤੇ ਜ਼ਿਆਦਾਤਰ ਇਹੋ ਜਿਹੇ ਜਿਹੜੇ ਚੰਗੇ ਕੇਸ ਅਗਰ ਕੋਈ ਰਿਫਿਊਜ਼ ਹੋ ਜਾਵੇ ਤੇ ਦੁਬਾਰਾ ਵੀਜ਼ਾ ਲੈ ਲੈਂਦੇ। ਕੋਈ ਚਿੰਤਾ ਦੀ, ਡਰਨ ਦੀ, ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਵੈਲਕਮ। ਤੇ ਇਸ ਕਰਕੇ ਦਰਵਾਜ਼ੇ ਖੁੱਲ੍ਹੇ ਨੇ, ਵੀਜ਼ਾ ਸਾਰੇ ਲੱਗਦੇ ਪਏ ਨੇ, ਬਹੁਤ ਹਾਈ ਸਕਸੈਸ ਰੇਟ ਇੰਟਰਨੈਸ਼ਨਲ ਸਟੂਡੈਂਟ ਨੂੰ। ਹਾਲਾਂਕਿ ਇੰਟਰਨੈਸ਼ਨਲ ਫਲਾਈਟਸ ਘੱਟ ਹੀ ਚੱਲਦੀਆਂ ਪਈਆਂ ਨੇ ਔਰ ਜ਼ਿਆਦਾਤਰ ਬੰਦ ਨੇ, ਔਰ ਰਿਸਟ੍ਰਿਕਸ਼ਨਸ ਨੇ ਕਿ ਆਮ ਬੰਦਾ ਨਹੀਂ ਜਾ ਸਕਦਾ। ਐਗਜ਼ੈਂਪਸ਼ਨਸ ਨੇ ਕੁਝ ਲੋਕਾਂ ਨੂੰ, ਜਿਸ ਤਰ੍ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਗਜ਼ੈਂਪਸ਼ਨ ਹੈਗੀ ਹੈ, ਇੰਟਰਨੈਸ਼ਨਲ ਸਟੂਡੈਂਟਸ ਪੜ੍ਹਨ ਵਾਸਤੇ ਜਾ ਸਕਦੇ ਨੇ। ਔਰ ਇਸ ਦੇ ਇਲਾਵਾ ਜਿਹੜਾ ਹੋਰ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਸਿਟੀਜ਼ਨ ਨੇ ਕੈਨੇਡਾ ਦੇ, ਉਹਨਾਂ ਦੇ ਕੁਝ ਰਿਲੇਟਿਵ ਜਾ ਸਕਦੇ ਨੇ। ਉਸ ਦੇ ਬਾਰੇ ਡਿਟੇਲ ਪਿਛਲੇ ਲਾਈਵ ਸੈਸ਼ਨ ਵਿੱਚ ਕੀਤੀਆਂ ਸੀਗੀਆਂ, ਕੌਣ ਜਾ ਸਕਦਾ ਹੈਗਾ। ਪਿਛਲੇ 5-7 ਮੇਰੇ ਲਾਈਵ ਸੈਸ਼ਨ ਦੇਖ ਲਿਓ, ਫੇਸਬੁੱਕ, ਇੰਸਟਾਗ੍ਰਾਮ, YouTube ਚੈਨਲ ਤੇ ਸਾਰਾ ਪਾਇਨੀਅਰ ਇਮੀਗ੍ਰੇਸ਼ਨ ਦੇ ਨਾਂ ਤੇ ਤੁਸੀਂ ਦੇਖੋਗੇ ਕਿ ਸਾਰੇ ਪਿਛਲੇ ਲਾਈਵ ਸੈਸ਼ਨ ਵੀ ਦੇਖ ਸਕਦੇ ਹੋ। ਲਾਈਕ ਕਰੋ ਔਰ ਸ਼ੇਅਰ ਵੀ ਕਰੋ ਤਾਂ ਕਿ ਇਸ ਤਰ੍ਹਾਂ ਦੀ ਚੰਗੀ ਜਿਹੜੀ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਹਾਡੀ ਕੇਅਰ ਵਾਸਤੇ ਜਿਹੜੀ ਅਸੀਂ ਇਨਫੋਰਮੇਸ਼ਨ ਦਿੰਦੇ ਹਾਂ ਉਹ ਤੁਹਾਡੇ ਫਰੈਂਡਸ ਰਿਲੇਟਿਵਸ ਨੂੰ ਸ਼ੇਅਰ ਕਰਨ ਨਾਲ ਪਹੁੰਚ ਜਾਂਦੀ ਹੈਗੀ। ਉਹਨਾਂ ਦੇ ਜਿਹੜਾ ਫੇਸਬੁੱਕ ਅਕਾਊਂਟ 'ਤੇ ਵੀ ਚਲੀ ਜਾਂਦੀ ਆ, ਉਹਨਾਂ ਨੂੰ ਇਹ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ। ਵੈਲਕਮ। ਤੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਇੱਕ ਜਿਹੜੀ ਨਵੀਂ ਖਬਰ ਆਈ ਕਿ ਪੇਰੈਂਟਸ ਗ੍ਰੈਂਡ ਪੇਰੈਂਟਸ ਵਾਸਤੇ ਇਮੀਗ੍ਰੇਸ਼ਨ ਕੈਨੇਡਾ ਨੇ ਫੈਮਿਲੀ ਕਲਾਸ ਸਪੋਂਸਰਸ਼ਿਪ ਅਗਰ ਦੇ ਵਿੱਚ ਅਪਲਾਈ ਕੀਤਾ ਹੈਗਾ ਉਹਨਾਂ ਵਾਸਤੇ, ਵਿਜ਼ਟਰ ਵੀਜ਼ਾ ਵਾਸਤੇ ਨਹੀਂ ਹਾਲੇ। ਉਹਨਾਂ ਦੀ ਬਾਇਓਮੈਟ੍ਰਿਕਸ ਜਿਹੜੇ ਨੇ ਸ਼ੁਰੂ ਕਰ ਦਿੱਤੇ ਨੇ। ਔਰ ਦੂਜੀ ਗੱਲ ਇਹ ਕਿ ਕੈਨੇਡਾ ਅੰਬੈਸੀ ਨੇ ਕਿਹਾ ਕਿ ਸਟੂਡੈਂਟਸ ਜਿਹੜੇ ਨੇ 4 ਹਫ਼ਤੇ ਤੋਂ ਪਹਿਲਾਂ, ਕਲਾਸ ਸ਼ੁਰੂ ਹੋਣ ਤੋਂ 4 ਹਫ਼ਤੇ, ਮੰਨ ਲਓ 5 ਮਈ ਹੈਗੀ ਤੇ 5 ਮਈ ਕਲਾਸ ਸਟਾਰਟ ਡੇਟ ਆ, 5 ਅਪ੍ਰੈਲ ਤੋਂ ਪਹਿਲਾਂ ਨਾ ਜਾਣ। ਮੰਨ ਲਓ ਐਗਜ਼ਾਮਪਲ ਸੀਗੀ, ਜਿਸ ਤਰ੍ਹਾਂ ਕਿ ਜਿਨ੍ਹਾਂ ਦੀ 25 ਮਈ ਹੈਗੀ ਆ ਕਲਾਸ ਸਟਾਰਟ ਡੇਟ, ਉਹ 25 ਅਪ੍ਰੈਲ ਤੋਂ ਪਹਿਲਾਂ ਨਾ ਜਾਣ, 4 ਹਫ਼ਤੇ ਤੋਂ ਪਹਿਲਾਂ, ਜ਼ਿਆਦਾ ਟਾਈਮ ਪਹਿਲਾਂ ਨਾ ਜਾਣ, ਨਹੀਂ ਤਾਂ ਉਹ ਮੋੜਿਆ ਜਾ ਸਕਦਾ। ਉਹਨਾਂ ਨੂੰ ਅੰਬੈਸੀ ਹੋ ਸਕਦਾ ਉੱਥੇ ਕੈਨੇਡੀਅਨ ਇਮੀਗ੍ਰੇਸ਼ਨ ਅਥਾਰਟੀਜ਼, ਉਹ ਤੁਹਾਨੂੰ ਵਾਪਸ ਭੇਜ ਦੇਣ। ਸੋ 4 ਹਫ਼ਤੇ ਦੇ ਅੰਦਰ ਅੰਦਰ, ਘੱਟ ਟਾਈਮ ਦੇ ਵਿੱਚ ਜਾਣ। ਔਰ ਰਿਸਟ੍ਰਿਕਸ਼ਨਸ ਨੇ ਕਿ ਕਿਸ ਤਰੀਕੇ ਨਾਲ ਜਾਣਾ ਹੈਗਾ, ਉਸ ਦਾ ਧਿਆਨ ਰੱਖਣ। ਕਾਲਜਿਸ ਨੇ ਜਿਹੜੀ ਇੱਕ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਲਿਸਟ ਹੈਗੀ ਹੈ ਜਿਨ੍ਹਾਂ ਨੇ ਕੋਵਿਡ-19 ਰੈਡੀਨੈਸ ਪਲਾਨ ਸਬਮਿਟ ਕਰਕੇ ਕੈਨੇਡਾ ਅੰਬੈਸੀ ਨੂੰ ਭਰੋਸਾ ਦਿਵਾਇਆ ਸੀਗਾ ਕਿ ਸਾਡੇ ਕੋਲ ਸਟੂਡੈਂਟਸ ਜਿਹੜੇ ਪੜ੍ਹਨ ਆਉਣਗੇ ਉਹਨਾਂ ਦਾ ਅਸੀਂ ਆਪਣੀ ਦੇਖ ਰੇਖ ਦੇ ਵਿੱਚ ਕੁਆਰੰਟੀਨ ਦਾ ਧਿਆਨ ਰੱਖਾਂਗੇ, ਉਹਨਾਂ ਦਾ ਸਾਰਾ ਖਿਆਲ ਰੱਖਾਂਗੇ। ਸੋ ਇਸ ਵਾਅਦੇ ਦੇ ਮੁਤਾਬਕ ਹੁਣ ਕੈਨੇਡਾ ਗੌਰਮੈਂਟ ਵੱਲੋਂ ਜਿਹੜੇ ਵੀ ਸਟੂਡੈਂਟਸ ਜਾਂ ਕੋਈ ਵੀ ਵਿਜ਼ਿਟਰ ਜਾਏਗਾ ਕੈਨੇਡਾ ਦੇ ਵਿੱਚ 3 ਦਿਨ ਵਾਸਤੇ ਹੋਟਲ ਦੇ ਵਿੱਚ ਕੁਆਰੰਟੀਨ ਹੋਣਾ ਜ਼ਰੂਰੀ ਹੈਗਾ। ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਹੋਟਲਾਂ ਦੀ ਲਿਸਟ ਹੈਗੀ ਆ, ਉਹ ਫੋਨ ਨੰਬਰ ਦਿੱਤਾ ਹੈਗਾ, ਕਾਲ ਕਰਕੇ ਬੁਕਿੰਗ ਕਰਾਉਣੀ 3 ਦਿਨ ਦੀ, ਉਸ ਦਾ ਖਰਚਾ ਜਿਹੜੇ ਵਿਜ਼ਿਟਰ ਨੇ ਦੇਣਾ ਹੈਗਾ। ਔਰ 11 ਦਿਨ ਦਾ ਕੁਆਰੰਟੀਨ ਤੁਸੀਂ ਆਪਣੇ ਹਿਸਾਬ ਨਾਲ ਕਰਾਉਣਾ। ਲੇਕਿਨ ਜ਼ਿਆਦਾਤਰ ਕਾਲਜਿਸ ਨੇ ਆਪਣੀ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਆਪਣੀ ਦੇਖ ਰੇਖ ਦੇ ਵਿੱਚ ਕਰਾਵਾਂਗੇ ਤੇ ਉਹਨਾਂ ਤੋਂ ਅਪਰੂਵਲ ਲੈਣੀ ਜ਼ਰੂਰੀ ਹੈ। ਸੋ ਜਦੋਂ ਤੁਸੀਂ ਜਾਣਾ ਹੈ ਪਹਿਲਾਂ ਕਾਲਜ ਨੂੰ ਦੱਸਣਾ ਹੈ ਕਿ ਮੈਂ ਇੰਨੀ ਤਰੀਕ ਨੂੰ ਆਉਣਾ ਚਾਹੁੰਦਾ ਹੈਗਾ ਜਾਂ ਮੈਂ ਹੁਣ ਆਉਣਾ ਚਾਹੁੰਦਾ ਹੈਗਾ, ਕਦੋਂ ਮੇਰੇ ਵਾਸਤੇ ਤੁਹਾਡੇ ਕੁਆਰੰਟੀਨ 11 ਦਿਨ ਦਾ ਕੁਆਰੰਟੀਨ ਵਾਸਤੇ ਜਗ੍ਹਾ ਹੈਗੀ ਹੈ ਖਾਲੀ। ਉਹ ਫਿਰ ਅਪਰੂਵ ਕਰਨਗੇ, ਤੁਹਾਨੂੰ ਦੱਸਣਗੇ ਕਿ ਇੰਨੀ ਤਰੀਕਾਂ ਇਸ ਤਰੀਕ ਦੇ ਵਿੱਚ ਸਾਡੇ ਕੋਲ ਖਾਲੀ ਹੈਗੀ ਜਗ੍ਹਾ। ਕਿਉਂਕਿ ਜਿੰਨੇ ਲੋਕ ਜਾ ਰਹੇ ਨੇ ਉਹਨਾਂ ਨੂੰ ਪਹਿਲਾਂ ਜਗ੍ਹਾ ਦੇ ਕੇ, ਪਹਿਲਾਂ ਤੁਹਾਡੇ ਤੋਂ ਪਹਿਲਾਂ ਵਾਲੇ ਲੋਕਾਂ ਨੂੰ ਜਗ੍ਹਾ ਦੇ ਕੇ ਤੁਹਾਡੀ ਵਾਰੀ ਆਉਣ 'ਤੇ ਤੁਹਾਨੂੰ ਜਗ੍ਹਾ ਦਿੱਤੀ ਜਾਏਗੀ, ਅਪਰੂਵਲ ਦੇਣਗੇ ਕਿ ਤੁਸੀਂ ਫਲਾਣੀ ਤਰੀਕ ਤੋਂ ਬਾਅਦ ਆ ਸਕਦੇ ਹੋ। ਤੁਸੀਂ ਫਿਰ ਉਹ ਬੁਕਿੰਗ ਕਰਾ ਕੇ ਉਹਨਾਂ ਨੂੰ ਭੇਜੋਗੇ ਕਿ ਠੀਕ ਹੈ ਜੀ ਅਸੀਂ ਇੰਨੀ ਤਰੀਕ ਨੂੰ ਆ ਰਹੇ ਹੈਗੇ ਆ, ਤੁਹਾਡੀ ਜਗ੍ਹਾ ਫਿਕਸ ਕੀਤੀ ਜਾਏਗੀ, ਬੁੱਕ ਕੀਤੀ ਜਾਏਗੀ 3 ਦਿਨ ਹੋਟਲ ਦੇ ਵਿੱਚ। ਜੇ ਤੁਹਾਡਾ ਕੋਵਿਡ-19 ਜਿਹੜਾ ਟੈਸਟ ਹੈਗਾ ਜਾਂਦੇ ਨਾਲ ਜਿਹੜਾ ਏਅਰਪੋਰਟ 'ਤੇ ਹੋਏਗਾ ਉਹ ਨੈਗੇਟਿਵ ਹੋਏਗਾ ਤੇ ਤੁਸੀਂ ਉਹ 11 ਦਿਨ ਕਾਲਜ ਵਾਲੀ ਜਗ੍ਹਾ 'ਤੇ ਜਾ ਸਕਦੇ ਹੋ। ਅਦਰਵਾਈਜ਼ ਤੁਹਾਨੂੰ ਡੈਜ਼ਿਗਨੇਟਿਡ ਪਲੇਸਿਸ ਕੈਨੇਡੀਅਨ ਗੌਰਮੈਂਟ ਵੱਲੋਂ ਅੱਡ ਜਗ੍ਹਾ ਜਿੱਥੇ ਕੋਵਿਡ ਪੋਜ਼ੀਟਿਵ ਵਾਲੇ ਕੇਸਿਸ ਰੱਖੇ ਜਾਣਗੇ ਉੱਥੇ ਤੁਹਾਨੂੰ 11 ਦਿਨ ਰਹਿਣਾ ਪਏਗਾ। ਉੱਥੇ ਦਾ ਵੀ ਖਰਚਾ ਜਿਹੜਾ ਤੁਹਾਨੂੰ ਦੇਣਾ ਪਏਗਾ। ਆਫਕੋਰਸ ਕਾਲਜਿਸ ਜਿਹੜੇ ਅਰੇਂਜ ਕਰਨਗੇ ਉਸ ਦਾ ਵੀ ਖਰਚਾ ਜਿਹੜਾ ਹੈ ਵਿਜ਼ਿਟਰ ਜਿਹੜੇ ਸਟੂਡੈਂਟਸ ਦੇਣਗੇ। ਔਰ ਇਸੇ ਤਰੀਕੇ ਨਾਲ ਟੈਂਪਰੇਰੀ ਰੈਜ਼ੀਡੈਂਟ ਜਿਹੜੇ
ਹੈਗੇ ਨੇ ਸਟੂਡੈਂਟਸ ਵਰਕ ਪਰਮਿਟ ਤੇ ਹੈਗੇ ਨੇ, ਇਹਨਾਂ ਦੇ ਵੀ ਕੁਝ ਮੇਨਲੀ ਪੇਰੈਂਟਸ ਜਿਹੜੇ ਨੇ ਔਰ ਸਪਾਊਸ ਔਰ ਡਿਪੈਂਡੈਂਟ ਚਿਲਡਰਨ ਇਹ ਜਾ ਸਕਦੇ ਨੇ, ਇਹਨਾਂ ਨੂੰ ਐਗਜ਼ੰਪਸ਼ਨ ਹੈਗੀ ਹੈ, ਜਾ ਸਕਦੇ ਨੇ। ਖਾਸ ਤੌਰ 'ਤੇ ਸਟੂਡੈਂਟਸ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਜਿਹੜੇ ਬੱਚੇ ਨੇ ਜਾਂ LMI ਦੇ ਥਰੂ ਵਰਕ ਪਰਮਿਟ ਜਿਹੜੇ ਵੀ ਟੈਂਪਰੇਰੀ ਰੈਜ਼ੀਡੈਂਟ ਨੇ ਉਹਨਾਂ ਦੇ ਪੇਰੈਂਟਸ ਵੀ ਜਾ ਸਕਦੇ ਨੇ। ਇੱਕ ਆਮ ਕੁਐਰੀ ਹੈਗੀ, ਬਹੁਤ ਸਾਰੇ ਲੋਕ ਪੁੱਛਦੇ ਨੇ। ਜਾਣਾ ਅਲਾਊਡ ਹੈਗਾ, ਲੇਕਿਨ ਉਹਨਾਂ ਨੂੰ ਕੈਨੇਡਾ ਅੰਬੈਸੀ ਤੋਂ ਜਿਹੜੀ ਮੈਂ ਗੱਲਾਂ ਕੀਤੀਆਂ ਕਿ ਕੁਝ ਲੋਕਾਂ ਨੂੰ ਜਾਣਾ ਅਲਾਊਡ ਹੈਗਾ, ਐਗਜ਼ੰਪਸ਼ਨ ਹੈਗੀ ਆ, ਉਹਨਾਂ ਨੂੰ ਕੈਨੇਡਾ ਅੰਬੈਸੀ ਤੋਂ ਕਈ ਲੋਕਾਂ ਨੂੰ ਅਪਰੂਵਲ ਅੱਡ ਕੈਟੇਗਰੀ ਦੇ ਵਿੱਚ, ਤੁਹਾਨੂੰ ਪਹਿਲਾਂ ਦੱਸਿਆ ਸੀ ਲਾਈਵ ਸੈਸ਼ਨ ਦੇ ਵਿੱਚ ਮੈਂ, ਅੱਡ ਕੈਟੇਗਰੀ ਦੇ ਵਿੱਚ ਤੁਹਾਨੂੰ ਜਿਹੜੀ ਕੈਨੇਡਾ ਅੰਬੈਸੀ ਤੋਂ ਮਨਜ਼ੂਰੀ ਜਿਹੜੀ ਹੈ ਅਪਰੂਵਲ ਲੈਣੀ ਪਏਗੀ। ਔਰ ਇੱਕ ਖਾਸ ਗੱਲ ਕਿ ਫਲਾਈਟ ਲੈਣ ਤੋਂ ਪਹਿਲਾਂ ਵਿਦਿਨ 3 ਡੇਜ਼ 72 ਆਵਰਸ ਦੇ ਵਿੱਚ ਤੁਸੀਂ ਕੋਵਿਡ ਟੈਸਟ ਕੀਤਾ ਹੋਣਾ ਚਾਹੀਦਾ ਔਰ ਉਸ ਦਾ ਰਿਜ਼ਲਟ ਜਿਹੜਾ ਨੈਗੇਟਿਵ ਹੋਏਗਾ ਫਿਰ ਹੀ ਫਲਾਈਟ 'ਤੇ ਜਾ ਸਕਦੇ ਨੇ। ਰੀਸੈਂਟਲੀ ਮੇਰਾ ਇੱਕ ਬਹੁਤ ਖਾਸ ਬੰਦੇ ਸੀਗੇ, ਜਿਹੜੀ ਫੈਮਿਲੀ ਸੀਗੀ, ਉਹਨਾਂ ਦੇ ਬੱਚੇ ਨੇ ਜਾਣਾ ਸੀਗਾ, ਉਹ ਉਸੇ ਤਰ੍ਹਾਂ ਸਾਰਾ ਕੁਝ ਤਿਆਰ ਸੀਗਾ ਔਰ ਫਲਾਈਟ ਲੈਣ ਤੋਂ ਪਹਿਲਾਂ ਜਦੋਂ ਟੈਸਟ ਕੀਤਾ ਪੋਜ਼ੀਟਿਵ ਆ ਗਿਆ, ਫਿਰ ਉਹ ਹੋਟਲ ਦਾ ਵੀ ਕੈਂਸਲ ਕਰਨਾ ਪਿਆ ਔਰ ਕਾਲਜ ਦਾ ਵੀ ਪ੍ਰੋਗਰਾਮ ਕੈਂਸਲ ਕਰਨਾ ਪਿਆ, ਫਲਾਈਟ ਵੀ ਕੈਂਸਲ ਕਰਨੀ ਪਈ। ਇਹ ਤਾਂ ਮਜਬੂਰੀਆਂ ਨੇ, ਹੁਣ ਕਰੋਨਾ ਦੇ ਚੱਲਦਿਆਂ ਦੇਖਣਾ ਪੈਣਾ ਸਾਰਾ ਹਿਸਾਬ ਕਿਤਾਬ। ਅਸੀਂ ਤੁਹਾਡੇ ਨਾਲ ਹੈਗੇ ਹਾਂ, ਸਾਡੇ ਕਾਉਂਸਲਰਸ ਮੈਨੇਜਰਸ ਸਾਰੇ ਮੇਰੀ ਦੇਖ ਰੇਖ ਦੇ ਵਿੱਚ ਸਾਰੀਆਂ ਚੀਜ਼ਾਂ ਦੀ ਕੇਅਰ ਤੁਹਾਡੇ ਕਰਦੇ ਪਏ ਨੇ। ਲੇਕਿਨ ਉਹ ਸਟੂਡੈਂਟਸ ਜਿਹੜੇ ਕਿ ਮਈ ਦੇ ਵਿੱਚ ਕਲਾਸਾਂ ਸ਼ੁਰੂ ਕਰਨ ਵਾਲੇ ਨੇ, ਹੁਣ ਆਉਣ ਵਾਲੇ ਟਾਈਮ ਦੇ ਵਿੱਚ ਤਕਰੀਬਨ ਮਹੀਨਾ ਵੀ ਨਹੀਂ ਰਿਹਾ, 3 ਹਫ਼ਤੇ ਰਹਿ ਗਏ, ਜ਼ਿਆਦਾਤਰ ਜਿਹੜੀ ਨੇ ਮਈ ਫਸਟ ਵੀਕ ਦੇ ਵਿੱਚ ਕਲਾਸਾਂ ਸ਼ੁਰੂ ਹੁੰਦੀਆਂ ਨੇ। ਸੋ ਉਹਨਾਂ ਵਾਸਤੇ ਬਹੁਤ ਹਾਈ ਅਲਰਟ ਹੋਣ ਦਾ ਟਾਈਮ ਹੈਗਾ ਹੁਣ, ਕਿਉਂਕਿ ਅੱਡ ਕਾਲਜਾਂ ਦੇ ਅੱਡ ਰੂਲ, ਮੰਨ ਲਓ 100 ਕਾਲਜ ਨੇ, ਉਹਨਾਂ ਦੇ ਅਲੱਗ-ਅਲੱਗ ਰੂਲਸ ਪਾਲਿਸੀਜ਼, ਅੱਡ ਕਾਲਜਾਂ ਦੀ ਅੱਡ ਡੈਡਲਾਈਨਸ ਕਿ ਡੈਫਰਮੈਂਟ ਲੈਣੀ ਹੈ ਅਤੇ ਇੰਨੀ ਤਰੀਕ ਤੋਂ ਪਹਿਲਾਂ ਜੇ ਤੁਹਾਡਾ ਰਿਜ਼ਲਟ ਨਹੀਂ ਆਇਆ ਜਾਂ ਕਿਸੇ ਕਾਰਨ ਕਰਕੇ ਤੁਸੀਂ ਆ ਨਹੀਂ ਸਕਦੇ ਤੇ ਡੈਫਰਮੈਂਟ ਲੈਣੀ ਪੈਣੀ ਹੈ ਅਤੇ ਇੰਨੀ ਤਰੀਕ ਡੈਡਲਾਈਨ ਹੈਗੀ ਹੈ। ਜੇ ਕਿਸੇ ਦਾ ਰਿਜ਼ਲਟ ਨਹੀਂ ਆਇਆ ਅਤੇ ਤਾਂ ਉਹਨਾਂ ਨੇ ਅਗਰ ਕਾਲਜ ਰਿਫੰਡ ਨਹੀਂ ਦਿੰਦਾ ਅਤੇ ਉਹਦੀ ਰਿਫੰਡ ਜਾਂ ਕਿ ਤੁਹਾਡਾ ਜਿਹੜਾ ਹੈਗਾ ਰਿਫਿਊਜ਼ਲ ਹੋ ਗਈ ਅਤੇ ਇੰਨੀ ਤਰੀਕ ਡੈਡਲਾਈਨ ਹੈਗੀ ਰਿਫੰਡ ਵਾਸਤੇ, ਅਪਲਾਈ ਕਰਨ ਵਾਸਤੇ ਡੈਡਲਾਈਨ ਹੈਗੀ ਹੈ, ਤੁਸੀਂ ਰਿਫੰਡ ਅਪਲਾਈ ਕਰਨਾ। ਅਗਰ ਉਸ ਡੇਟ ਤੋਂ ਪਹਿਲਾਂ ਨਹੀਂ ਕੀਤਾ ਤਾਂ ਆਪਾਂ ਨੂੰ ਰਿਫੰਡ ਦੇ ਪੈਸੇ ਨਹੀਂ ਮਿਲਣੇ, ਸਾਰੀ ਫੀਸ ਮਤਲਬ ਇੱਕ ਸਮੈਸਟਰ ਦੀ 4-5 ਲੱਖ ਰੁਪਈਆ ਫੀਸ ਮਰ ਜਾਣੀ ਹੈਗੀ ਹੈ। ਸੋ ਇਹ ਵੀ ਦੇਖਣਾ ਹੈ ਕਿ ਬੜੇ ਸਾਰੇ ਕਾਲਜਿਸ ਅਲਾਓ ਕਰਦੇ ਨੇ, ਭਾਵੇਂ ਤੁਹਾਡਾ ਰਿਜ਼ਲਟ ਨਹੀਂ ਵੀ ਆਇਆ ਅਤੇ ਤੁਸੀਂ ਜੇ ਤੁਹਾਡੀ ਫਾਈਲ ਅੰਬੈਸੀ 'ਚ ਇੱਕ ਵਾਰੀ ਚਲੀ ਗਈ ਅਤੇ ਤੁਸੀਂ ਔਨਲਾਈਨ ਕਲਾਸਾਂ ਇੰਡੀਆ ਵਿੱਚ ਬੈਠ ਕੇ ਵੀ ਲਾ ਸਕਦੇ ਹੋ। ਲੇਕਿਨ ਦੇਖਣ ਵਾਲੀ ਚੀਜ਼ ਇਹ ਹੈ ਵੀ ਉਹ ਕਾਲਜਿਸ ਦੇ ਅੱਡ ਰੂਲ ਦਾ ਮਤਲਬ, ਕਾਲਜਿਸ ਕਹਿੰਦੇ ਨੇ ਕਿ ਕੋਈ ਕਾਲਜ ਕਹਿੰਦਾ 10 ਦਿਨ ਤੱਕ ਜੇ ਆ ਗਈ ਤੁਹਾਡੀ ਰਿਫਿਊਜ਼ਲ ਅਤੇ ਅਸੀਂ ਪੂਰੇ ਪੈਸੇ ਦੇਵਾਂਗੇ, ਇਸ ਤੋਂ ਬਾਅਦ ਆਈ ਅਤੇ ਅਸੀਂ ਪੈਸੇ ਨਹੀਂ ਮੋੜਨੇ। ਕਈ ਕਹਿੰਦਾ ਮਹੀਨੇ ਬਾਅਦ, ਕੋਈ 2 ਮਹੀਨੇ ਬਾਅਦ। ਉਨੇ ਚਿਰ ਤੱਕ ਤੁਹਾਡੀ ਰਿਫਿਊਜ਼ਲ ਆ ਗਈ ਅਤੇ ਅਸੀਂ ਰਿਫੰਡ ਕਰ ਦਾਂਗੇ। ਅਗਰ ਉਸ ਤੋਂ ਬਾਅਦ ਰਿਫਿਊਜ਼ਲ ਆਈ ਅਤੇ ਅਸੀਂ ਪੈਸੇ ਨਹੀਂ ਮੋੜਾਂਗੇ। ਕੁਝ ਕਾਲਜਿਸ ਇਸ ਤਰ੍ਹਾਂ ਕਹਿੰਦੇ ਨੇ। ਇਹ ਕਾਲਜਿਸ ਜਿਹੜੇ ਕਹਿ ਦਿੰਦੇ ਜੀ ਬਾਅਦ 'ਚ ਰਿਫਿਊਜ਼ਲ ਆਈ, 2 ਮਹੀਨੇ ਬਾਅਦ ਆਈ, ਜਿੰਨੇ ਚਿਰ ਵੀ ਬਾਅਦ ਆਈ ਔਰ ਅਸੀਂ ਪੈਸੇ ਨਹੀਂ ਮੋੜਾਂਗੇ, ਇਹ ਅਨਸੇਫ ਕਾਲਜਿਸ ਨੇ। ਮਤਲਬ ਆਪਾਂ ਨੂੰ ਕੀ ਗਰੰਟੀ ਹੈ ਕਿ ਆਪਾਂ ਨੂੰ ਜਿਹੜੀ ਹੈ ਰਿਜ਼ਲਟ ਆਪਣਾ ਆਏਗਾ, ਨਹੀਂ ਆਏਗਾ, ਵੀਜ਼ਾ ਆਏਗਾ ਕਿ ਨਹੀਂ ਆਏਗਾ, ਕਦੋਂ ਆਏਗਾ। ਈਵਨ ਰਿਜ਼ਲਟ ਨਹੀਂ ਆਇਆ ਫਿਰ ਵੀ ਕਈ ਕਾਲਜ ਮੋੜਨਗੇ ਨਹੀਂ ਪੈਸੇ, ਜਾਂ ਬਾਅਦ 'ਚ ਰਿਫਿਊਜ਼ਲ ਆ ਗਈ ਤਦ ਵੀ ਨਹੀਂ ਮੋੜਨਗੇ। ਇਹ ਅਨਸੇਫ ਕਾਲਜ ਨੇ ਜਿੱਥੇ ਫੀਸ ਮਰਨ ਦੇ ਚਾਂਸ ਨੇ, ਆਪਣੀ ਫੀਸ ਨੁਕਸਾਨ ਹੋਣ ਦੇ ਖਤਰਾ ਹੈਗਾ, ਉਹ ਅਨਸੇਫ ਕਾਲਜ ਆਪਾਂ ਕਹਾਂਗੇ। ਉੱਥੇ ਦੀ ਅਨਲੈਸ ਕਿ ਕਾਲਜਿਸ ਦੀ ਜਿਹੜੀ ਹੈ ਕੰਡੀਸ਼ਨ ਹੋਵੇ, ਜ਼ਰੂਰੀ ਹੋਵੇ ਕਿ ਉਹ ਕਹਿੰਦੇ ਵੀ ਜ਼ਰੂਰੀ ਲਾਣੀ ਹੀ ਪੈਣੀ ਹੈ ਤਾਂ ਲਾਵਾਂਗੇ। ਅਦਰਵਾਈਜ਼ ਜੇ ਆਪਣੇ ਕੋਲ ਡੈਫਰਮੈਂਟ ਦਾ ਚਾਂਸ ਹੈਗਾ, ਅਪਰਚੁਨਿਟੀ ਹੈਗੀ ਹੈ, ਕਾਲਜ ਕਹਿੰਦਾ ਹੈਗਾ ਕਿ ਡੈਫਰਮੈਂਟ ਕਰਾ ਸਕਦੇ ਹਾਂ, ਅਤੇ ਆਪਾਂ ਡੈਫਰਮੈਂਟ ਕਰਾ ਲਵਾਂਗੇ ਅਗਲੇ ਇਨਟੇਕ ਵਾਸਤੇ। 4 ਮਹੀਨੇ ਠਹਿਰ ਕੇ ਚਲੇ ਜਾਵਾਂਗੇ, ਲੇਕਿਨ ਫੀਸ ਮਰਨ ਦਾ ਖਤਰਾ ਨਹੀਂ ਹੋਏਗਾ। ਸੋ ਇਹ ਆਪਣੇ ਆਪਣੇ ਕਾਲਜ ਦੀ ਪੋਲਿਸੀ ਨੂੰ ਤੁਸੀਂ ਦੇਖ ਲਓ। ਅਸੀਂ ਇਹ ਸਾਰੀਆਂ ਪਾਲਿਸੀਆਂ ਬਣਾ ਲਈਆਂ ਨੇ ਤੁਹਾਡੇ ਵਾਸਤੇ, ਔਰ ਕਾਲਜਿਸ ਦੀ ਵੈਬਸਾਈਟ 'ਤੇ ਸਾਫ਼ ਮੈਨਸ਼ਨਡ ਹੈਗਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਹੁਣ ਅੱਗੇ ਦਿੱਕਤ ਸੀਗੀ, ਹੁਣ ਕਾਲਜਿਸ ਤਿਆਰ ਹੋ ਗਏ ਨੇ। ਕਾਲਜਿਸ ਦੀ ਵੈਬਸਾਈਟ 'ਤੇ ਸਾਰਾ ਡਿਟੇਲਾਂ ਲਿਖੀਆਂ ਨੇ। ਰਿਫੰਡ, ਵਿਡਰਾਲ, ਡੈਫਰਮੈਂਟ ਪਾਲਿਸੀ, ਕਾਲਜ ਦਾ ਨਾਂ ਨਾਲ ਲਿਖ ਲਓ ਗੂਗਲ 'ਤੇ, ਉਸੇ ਪੇਜ 'ਤੇ ਚਲੇ ਜਾਣਾ। ਕੋਈ ਦਿੱਕਤ ਹੈ ਸਾਡੇ ਕਾਉਂਸਲਰਸ ਮੈਨੇਜਰ ਨੂੰ ਮਿਲ ਕੇ ਤੁਸੀਂ ਕਰ ਸਕਦੇ ਹੋ, ਲੇਕਿਨ ਆਪਣੀ ਕਾਲਜ ਦੀ ਪਾਲਿਸੀ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਇਸ ਕਾਲਜ ਵਾਸਤੇ ਕੀ ਡੈਡਲਾਈਨਸ ਨੇ, ਅਸੀਂ ਔਨਲਾਈਨ ਕਲਾਸਾਂ ਲਾਉਣੀਆਂ ਨੇ ਨਹੀਂ ਲਾਉਣੀਆਂ, ਕੀ ਜਿਹੜੀ ਹੈਗੇ ਉਸ ਦੇ ਕੌਨਸੀਕੁਐਂਸਿਸ, ਉਸ ਦੇ ਨਤੀਜੇ ਹੋਣਗੇ ਲਾਉਣ ਨਾ ਲਾਉਣ ਦੇ। ਮੇਰੇ ਇੱਕ ਦੋਸਤ ਸੀਗੇ, ਮਤਲਬ ਸਸਕੈਚੁਅਨ ਪੋਲੀਟੈਕਨਿਕ ਦੇ ਪਿਛਲੇ ਵਾਰੀ ਦੀ ਗੱਲ ਕਰਦੇ ਹਾਂ, ਜਨਵਰੀ ਇਨਟੇਕ ਸ਼ੁਰੂ ਹੋਣਾ ਸੀਗਾ ਅਤੇ
ਕਾਫੀ ਸਾਰੇ ਕੇਸਿਸ ਮੈਨੂੰ ਪੁੱਛਦੇ ਤੇ ਉਹਨਾਂ ਨੇ ਜ਼ਿਆਦਾਤਰ ਰਿਸਕ ਨਹੀਂ ਲੈਣਾ ਚਾਹੁੰਦਾ ਸੀ, ਮੈਂ ਉਹਨਾਂ ਵਾਸਤੇ ਤੇ ਮੈਂ ਡੈਫਰਮੈਂਟ ਕਰਵਾ ਦਿੱਤੇ ਸਤੰਬਰ 21 ਵਾਸਤੇ। 8 ਮਹੀਨੇ ਦਾ ਨੁਕਸਾਨ ਜਨਵਰੀ ਦੇ ਬਜਾਏ ਉਹਨਾਂ ਦਾ ਜਦੋਂ ਨਹੀਂ ਆਇਆ ਸੀ ਰਿਜ਼ਲਟ ਤੇ ਸਤੰਬਰ ਕਰ ਦਿੱਤਾ, ਤੇ ਜਨਵਰੀ ਫਸਟ ਵੀਕ ਦੇ ਵਿੱਚ ਅਸੀਂ ਡੈਡਲਾਈਨ ਸੀਗੀ, ਅਸੀਂ ਸਤੰਬਰ ਕਰ ਦਿੱਤਾ। 8 ਮਹੀਨੇ ਬੱਚੇ ਲੇਟ ਪੜ੍ਹਨਗੇ, ਕੋਈ ਗੱਲ ਨਹੀਂ, ਲੇਕਿਨ ਫੀਸ ਦਾ ਖਤਰਾ ਨਹੀਂ ਸੀਗਾ। ਇੱਕ ਮੇਰੇ ਖਾਸ ਸੀਗੇ ਜਾਣ ਪਹਿਚਾਣ ਵਾਲੇ, ਉਹਨਾਂ ਨੇ ਬਿਲਕੁਲ ਹੀ ਬਹੁਤ ਨਜ਼ਦੀਕੀ ਸੀਗੇ, ਉਹਨਾਂ ਨੇ ਮੈਨੂੰ ਪੁੱਛਿਆ ਤੇ ਮੈਂ ਕਿਹਾ ਵੀ ਇਹ ਰਿਸਕ ਹੋ ਸਕਦਾ ਜਿਹੜਾ ਤੁਹਾਡੀ ਫੀਸ ਦਾ, ਜੇ ਰਿਜ਼ਲਟ ਨਾ ਆਇਆ ਜਾਂ ਰਿਫਿਊਜ਼ਲ ਹੋ ਗਈ ਤਾਂ, ਲੇਕਿਨ ਜ਼ਿਆਦਾ ਚਾਂਸ ਆ ਉਦੋਂ ਤੱਕ ਜਿਹੜਾ ਹੈਗਾ ਰਿਫਿਊਜ਼ਲ ਜਾਂ ਵੀਜ਼ਾ ਆ ਜਾਏਗਾ, ਜਿਹੜਾ ਸਮੈਸਟਰ ਐਂਡ ਤੋਂ ਤੱਕ ਦਾ ਲਾਸਟ ਡੇਟ ਸੀਗੀ। ਸਮੈਸਟਰ ਐਂਡ ਤੋਂ ਪਹਿਲਾਂ ਜਨਵਰੀ ਤੋਂ ਦੇ ਵਿੱਚ ਜਿਹੜੀ ਕਲਾਸਾਂ ਸ਼ੁਰੂ ਹੋਈਆਂ ਤੇ ਅਪ੍ਰੈਲ ਐਂਡ ਤੋਂ ਪਹਿਲਾਂ ਰਿਜ਼ਲਟ ਦੀ ਸੰਭਾਵਨਾ ਸੀਗੀ। ਮੈਂ ਉਹਨਾਂ ਨੂੰ ਉਹ ਕਹਿੰਦੇ ਅਸੀਂ ਰਿਸਕ ਲੈਣ ਨੂੰ ਤਿਆਰ ਹਾਂ, ਅਸੀਂ ਲਿਖਤ ਲੈ ਲਈ ਵੀ ਜਿਹੜਾ ਨੁਕਸਾਨ ਹੋਏਗਾ ਅਸੀਂ ਆਪ ਜ਼ਿੰਮੇਵਾਰ ਹੋਵਾਂਗੇ। ਕਲਾਸਾਂ ਸ਼ੁਰੂ ਕਰ ਦਿੱਤੀਆਂ ਜਨਵਰੀ 'ਚ, ਔਰ ਵਾਹਿਗੁਰੂ ਦੀ ਮਿਹਰ ਫਰਵਰੀ ਮਾਰਚ 'ਚ ਉਹਨਾਂ ਦਾ ਰਿਜ਼ਲਟ ਆ ਗਿਆ ਤੇ ਉਹਨਾਂ ਦੇ 8 ਮਹੀਨੇ ਬਚ ਗਏ, ਲੇਕਿਨ ਫੀਸ ਦਾ ਰਿਸਕ ਸੀਗਾ। ਸੋ ਇਹ ਤੁਹਾਡੀ ਆਪਣਾ ਰਿਸਕ ਹੈਗਾ, ਤੁਸੀਂ ਡਿਸਾਈਡ ਕਰਨਾ, ਲੇਕਿਨ ਅਸੀਂ ਲਿਖਤ ਦੇ ਵਿੱਚ ਜਿਹੜੇ ਸਾਡੇ ਸਟੂਡੈਂਟ ਨੇ ਉਹਨਾਂ ਕੋਲ ਅਸੀਂ ਲਿਖਤ 'ਚ ਲੈ ਲਾਂਗੇ, ਤੁਸੀਂ ਆਪ ਜ਼ਿੰਮੇਦਾਰ ਹੋਵੋਗੇ, ਕਿਉਂਕਿ ਪਲੱਸ ਮਾਈਨਸ ਦੇ ਜੋ ਵੀ ਫਾਇਦੇ ਨੁਕਸਾਨ ਦੇ। ਅਦਰਵਾਈਜ਼ ਮੈਂ ਵੈਸੇ ਜ਼ਿਆਦਾਤਰ ਸਟੂਡੈਂਟਸ 99% ਨੂੰ ਇਹੀ ਐਡਵਾਈਜ਼ ਕਰੂੰਗਾ ਕਿ ਡੈਫਰਮੈਂਟ ਕਰਾ ਲਈਏ, ਆਪਣੀ ਫੀਸ ਦਾ ਰਿਸਕ ਨਾ ਲਈਏ। ਇਹ ਜਿਹੜੀ ਡੈਫਰਮੈਂਟ ਜਾਂ ਜਿਹੜੀ ਵੀ ਗੱਲਾਂ ਇਹ ਪੋਲਿਸੀ ਦੀ ਹੈਗੀਆਂ ਨੇ, ਇਹ ਵੀ ਤੇ ਅਦਰਵਾਈਜ਼ ਵੀ ਬਹੁਤ ਸਾਰੇ ਅਪਡੇਟਸ ਸਟੂਡੈਂਟਸ ਦੀ ਪਰਸਨਲ ਈਮੇਲ ਆਈਡੀ ਜਿਹੜੀ ਅਸੀਂ ਕਾਲਜ ਨੂੰ ਭੇਜਦੇ ਹਾਂ। ਜਿਹੜੇ ਸਾਡੇ ਸਟੂਡੈਂਟਸ ਨੇ ਉਹ ਸਾਡੇ ਆਫਿਸ ਦੇ ਵਿੱਚ ਆਪਣੀ ਕਾਉਂਸਲਰਸ ਕੋਲੋਂ, ਮੈਨੇਜਰਸ ਕੋਲੋਂ ਆਪਣੀ ਈਮੇਲ ਆਈਡੀ ਪਾਸਵਰਡ ਲੈ ਲੈਣ ਔਰ ਰੋਜ਼ ਦੇਖਣ ਉਸ ਨੂੰ, ਕਿਉਂਕਿ ਕਾਲਜ 'ਚ ਅਪਡੇਟਸ ਭੇਜਦੇ ਨੇ ਉਹਨਾਂ ਈਮੇਲ ਆਈਡੀ ਤੇ ਤੁਸੀਂ ਇਹ ਭੁੱਲਣਾ ਨਹੀਂ ਹੈ, ਲਾਪਰਵਾਹੀ ਨਹੀਂ ਕਰਨੀ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਹੈਗਾ। ਕਈ ਕਾਲਜਿਸ ਨੇ ਆਪਣੀ ਐਪਸ ਬਣਾਈਆਂ ਨੇ, ਉਹਨਾਂ ਐਪਸ ਦੇ ਰਾਹੀਂ ਉਹ ਅਪਡੇਟਸ ਭੇਜਦੇ ਨੇ। ਕਈ ਵਾਰੀ ਪਾਲਿਸੀਆਂ ਜਿਹੜੀਆਂ ਮੈਂ ਗੱਲ ਕਰ ਰਿਹਾ ਰਿਫੰਡ ਪਾਲਿਸੀ ਦੀ, ਉਹ ਵੀ ਬਾਰ-ਬਾਰ ਬਦਲ ਦਿੰਦੇ ਨੇ। ਦੂਜੀ ਮਤਲਬ ਥੋੜ੍ਹੇ ਦਿਨ ਅੱਜ ਕੋਈ ਹੋਰ ਸੀਗੀ, ਅਸੀਂ ਉਹਦੇ ਹਿਸਾਬ ਨਾਲ ਫੈਸਲਾ ਕਰ ਲਿਆ ਕਿ ਕਲਾਸਾਂ ਲਾਉਣੀਆਂ ਨੇ, 15-20 ਦਿਨ ਬਾਅਦ ਫਿਰ ਦੁਬਾਰਾ ਚੇਂਜ ਕਰ ਦਿੱਤੀ ਕਾਲਜ ਨੇ। ਸਾਨੂੰ ਨਹੀਂ ਪਤਾ ਦੱਸਿਆ ਤੁਹਾਡੀ ਐਪ 'ਤੇ, ਕਾਲਜ ਦੀ ਐਪ ਤੁਸੀਂ ਡਾਊਨਲੋਡ ਕਰਕੇ ਤੁਸੀਂ ਦੇਖਦੇ ਪਏ ਹੋ, ਟੇਕ ਕੇਅਰ ਕਰਦੇ ਪਏ ਹੋ, ਉਸ 'ਤੇ ਆ ਗਈ ਤੇ ਤੁਹਾਡੀ ਜ਼ਿੰਮੇਵਾਰੀ ਹੈਗੀ ਆ ਉਸ ਦੀ ਜਿਹੜੀ ਅਪਡੇਟ ਨੂੰ ਦੇਖਣਾ ਔਰ ਉਸ ਦੇ ਮੁਤਾਬਕ ਐਕਸ਼ਨ ਲੈਣਾ। ਅਗਰ ਤੁਹਾਨੂੰ ਨਹੀਂ ਕੋਈ ਗੱਲ ਸਮਝ ਆਉਂਦੀ ਤਾਂ ਸਾਡੇ ਉਸ ਈਮੇਲ ਨੂੰ ਜਾਂ ਐਪ ਦੇ ਵਿੱਚ ਜਿਹੜੀ ਤੁਹਾਡੇ ਕੋਲ ਕੋਈ ਅਪਡੇਟ ਆਈ ਹੈਗੀ ਆ ਉਸ ਨੂੰ ਸਾਡੀ ਕਾਉਂਸਲਰ ਨੂੰ, ਮੈਨੇਜਰ ਨੂੰ ਫਾਰਵਰਡ ਕਰ ਦਿਓ, ਉਹਨਾਂ ਦੇ ਕੋਲ ਚਲੇ ਜਾਓ। ਫੋਨ 'ਤੇ ਗੱਲ ਕਰੋ ਤਾਂ ਬੈਟਰ ਹੈ, ਕਰੋਨਾ ਕਰਕੇ ਵਿਜ਼ਿਟ ਅਵੋਇਡ ਕਰੋ। ਅਦਰਵਾਈਜ਼ ਤੁਸੀਂ ਜੇ ਬਹੁਤੀ ਪ੍ਰੋਬਲਮ ਹੈਗੀ, ਕੋਈ ਦਿੱਕਤ ਹੈ, ਨਹੀਂ ਗੱਲ ਸਮਝ ਆਉਂਦੀ, ਫੋਨ 'ਤੇ ਨਹੀਂ ਹੋ ਸਕਦੀ, ਤੁਸੀਂ ਜਾ ਕੇ ਪਰਸਨਲੀ ਵੀ ਵੈਲਕਮ, ਸਾਰੇ ਆਫਿਸਿਸ ਖੁੱਲ੍ਹੇ ਨੇ ਸਾਡੇ ਹਾਲਾਂਕਿ, ਔਰ ਉੱਥੇ ਇਹ ਡਿਸਕਸ ਕਰ ਸਕਦੇ ਹੋ ਆਪਣੇ ਬਾਰੇ ਸਾਰਾ। ਆਪਣੀ ਜਿਹੜੀ ਕੋਈ ਤੁਹਾਡੀ ਈਮੇਲ ਆਈ ਹੈ, ਕੋਈ ਅਪਡੇਟ ਆਈ ਹੈ ਕਾਲਜ ਤੋਂ, ਜਾਂ ਕੋਈ ਡਾਊਟ ਹੈਗਾ ਆਪਣੀ ਕਿਸੇ ਕਾਲਜ ਦੀ ਪਾਲਿਸੀ ਵਾਸਤੇ, ਉਹ ਤੁਸੀਂ ਉੱਥੇ ਜਾ ਕੇ ਸਾਂਝੀ ਕਰ ਸਕਦੇ ਹੋ, ਡਿਸਕਸ ਕਰ ਸਕਦੇ ਹੋ ਔਰ ਸਮਝ ਸਕਦੇ ਹੋ। ਤੇ ਬੜੇ ਸਾਰੇ ਸਟੂਡੈਂਟਸ ਦੇ ਬੜੇ ਸਾਰੇ ਸਵਾਲ ਆਉਂਦੇ ਨੇ, ਗੱਲਾਂ ਤੇ ਬਹੁਤ ਸਾਰੀਆਂ ਨੇ, ਲੇਕਿਨ ਟਾਈਮ ਘੱਟ ਜਾਂਦਾ ਹੈਗਾ। ਅੱਡ-ਅੱਡ ਜਿਹੜੇ ਲਾਈਵ ਸੈਸ਼ਨਸ ਨੇ ਉਹਨਾਂ 'ਚ ਅੱਡ-ਅੱਡ ਟੌਪਿਕਸ ਡਿਸਕਸ ਕਰਦੇ ਹੈਗੇ ਆ, ਤੇ ਕੁਝ ਟੌਪਿਕਸ ਜਿਹੜੇ ਅੱਜ ਡਿਸਕਸ ਹੋਏ, ਲੇਕਿਨ ਬਾਕੀ ਦੇ ਕਈ ਟੌਪਿਕਸ ਪਿਛਲੇ ਲਾਈਵ ਸੈਸ਼ਨ 'ਚ ਹੋਏ। ਫਿਰ ਅਗੇਨ ਤੁਹਾਡੇ ਵਾਸਤੇ ਐਡਵਾਈਸ ਕਿ ਪਿਛਲੇ ਲਾਈਵ ਸੈਸ਼ਨ ਦੇਖੋ, ਬੜੀ ਸਾਰੇ ਟੀਵੀ ਇੰਟਰਵਿਊਜ਼ ਹੁੰਦੀਆਂ ਨੇ, ਉਹ ਵੀ ਅਸੀਂ ਅਪਲੋਡ ਕਰ ਦਿੰਦੇ ਹਾਂ ਜਿਹੜੀ ਤੁਹਾਡੇ ਫੇਸਬੁੱਕ, ਇੰਸਟਾਗ੍ਰਾਮ ਵਗੈਰਾ, YouTube ਤੇ ਪਾਇਓਨੀਅਰ ਇਮੀਗ੍ਰੇਸ਼ਨ ਸਰਚ ਦੇ ਵਿੱਚ ਕਰਾਂਗੇ, youtube.com ਖੋਲ੍ਹ ਕੇ, ਤੇ ਉੱਥੇ ਤੁਸੀਂ ਜਿਹੜਾ ਹੈ ਪਾਇਨੀਅਰ ਇਮੀਗ੍ਰੇਸ਼ਨ ਦੇ ਸਾਡੇ ਬਹੁਤ ਸਾਰੇ ਟੀਵੀ ਇੰਟਰਵਿਊਜ਼ ਔਰ ਇਸ ਤਰ੍ਹਾਂ ਦੇ ਲਾਈਵ ਸੈਸ਼ਨਸ ਤੁਹਾਨੂੰ ਮਿਲ ਜਾਣਗੇ। ਤੁਸੀਂ 10 ਵੀ ਜ਼ਰੂਰ ਦੇਖੋ, ਤਾਂ ਕਿ ਤੁਸੀਂ ਜੇ ਕੈਨੇਡਾ ਜਾਣਾ ਹੈਗਾ ਜਾਂ ਕਿਤੇ ਵੀ ਬਾਹਰ ਜਾਣਾ ਹੈਗਾ, ਕਿਵੇਂ ਫਰੋਡ ਤੋਂ ਬਚਿਆ ਜਾ ਸਕੇ, ਇਸ ਦੇ ਟਿਪਸ, ਜਾਂ ਹੋਰ ਵੀਜ਼ਾ ਕਿਵੇਂ ਲਿੱਤਾ ਜਾਵੇ, ਕਿਹੜੇ ਕੋਰਸ ਲੈਣੇ ਆ, ਕਿਹੜੇ ਨਹੀਂ ਲੈਣੇ, ਬੜੀ ਸਾਰੀ ਤੁਹਾਨੂੰ ਤੁਹਾਡੇ ਨਾਲ ਸਲਾਹ ਮਸ਼ਵਰਾ ਜਿਹੜਾ ਜਿਹਨੂੰ ਕਹਿੰਦੇ ਜਿਹੜੀ ਪੁਆਇੰਟਸ ਜਿਹੜੇ ਨੇ ਡਿਸਕਸ ਹੁੰਦੇ ਨੇ, ਤੇ ਉਹ ਤੁਸੀਂ ਪਿੱਛੇ ਜਾ ਕੇ ਉਸ ਦਾ ਬਹੁਤ ਸਾਰਾ ਫਾਇਦਾ ਹੋਏਗਾ। ਵੈਲਕਮ। ਆਮ ਇੱਕ ਜਿਹੜਾ ਕੁਐਸਚਨ ਆ ਰਿਹਾ ਸੀਗਾ ਕਿ 1+1 ਦਾ ਮਤਲਬ ਬੜੇ ਸਾਰੇ ਪ੍ਰੋਗਰਾਮਸ, 1 ਸਾਲ ਦਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਹੈਗਾ ਔਰ 1 ਸਾਲ ਦਾ ਹੋਰ ਜਿਹੜਾ 1 ਸਾਲ ਦਾ ਅਗਰ ਹੈਗਾ ਤਾਂ ਕਿਆ ਉਹ ਲੈ ਕੇ ਜਾਇਆ ਜਾ ਸਕਦਾ? 3 ਸਾਲ ਦਾ ਵਰਕ ਪਰਮਿਟ ਮਿਲੇਗਾ। ਤੇ 1 ਸਾਲ ਤੋਂ ਬਾਅਦ ਮੇਰੀ ਤੁਹਾਡੇ ਵਾਸਤੇ ਸਲਾਹ ਕਿ 1 ਸਾਲ ਤੋਂ ਬਾਅਦ ਵਰਕ ਪਰਮਿਟ ਨਹੀਂ ਲੈਣਾ, ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਨਹੀਂ ਲੈਣਾ। 1 ਸਾਲ ਤੋਂ ਬਾਅਦ 1 ਸਾਲ ਦਾ ਹੋਰ ਕੋਰਸ ਲੈ ਲੈਣਾ,
ਉੱਥੇ ਜਾ ਕੇ ਸਟੱਡੀ ਪਰਮਿਟ ਐਕਸਟੈਂਸ਼ਨ ਪਹਿਲਾਂ ਇੱਕ ਸਾਲ ਦਾ ਕੋਰਸ ਲਵਾਂਗੇ, 1 ਸਾਲ ਦਾ ਸਟੱਡੀ ਪਰਮਿਟ ਮਿਲੇਗਾ, ਆਪਾਂ 1 ਸਾਲ ਦੀ ਹੋਰ ਐਡਮਿਸ਼ਨ ਕਰਾ ਲੈਣੀ ਹੈ ਔਰ ਉਸ ਤੋਂ ਬਾਅਦ ਸਟੱਡੀ ਪਰਮਿਟ ਐਕਸਟੈਂਸ਼ਨ ਸਾਡੇ ਕੈਨੇਡਾ 'ਚ ਆਫਿਸ 2 ਥਾਂ 'ਤੇ ਬਰੈਂਪਟਨ ਅਤੇ ਸੈਸਕਾਟੂਨ ਦੇ ਵਿੱਚ ਇਹ ਕੰਮ ਕਰਵਾ ਦੇਣਗੇ। ਸਟੱਡੀ ਪਰਮਿਟ ਐਕਸਟੈਂਸ਼ਨ ਥੋੜ੍ਹੀ ਜਿਹੀ ਫੀਸ ਹੈਗੀ ਹੈ, ਐਮਬੈਸੀ ਦੀ ਵੀ ਲੱਗੇਗੀ ਔਰ ਸਾਡੀ ਜਿਹੜੀ ਕੰਪਨੀ ਦੀ ਵੀ ਲੱਗੇਗੀ ਔਰ ਉੱਥੇ ਜਾ ਕੇ ਇਹ ਸਾਰਾ ਸਟੱਡੀ ਪਰਮਿਟ ਐਕਸਟੈਂਸ਼ਨ ਹੋ ਜਾਏਗਾ। 1 ਸਾਲ ਦੇ 2 ਕੋਰਸਿਸ ਜਾਂ 2 ਸਾਲ ਦਾ ਕੋਰਸ ਹੋਵੇ ਤੇ 3 ਸਾਲ ਦਾ ਵਰਕ ਪਰਮਿਟ ਮਿਲੇਗਾ। 3 ਸਾਲ ਦਾ ਵਰਕ ਪਰਮਿਟ ਜ਼ਰੂਰ ਲੈ ਲੈਣਾ ਚਾਹੀਦਾ। 1 ਸਾਲ ਦਾ ਵਰਕ ਪਰਮਿਟ ਲਵਾਂਗੇ, ਹਾਈ ਰਿਸਕ ਆਏਗਾ, ਵਾਪਸ ਆਉਣਾ ਪੈ ਸਕਦਾ, ਖਤਰਾ ਹੋ ਜਾਏਗਾ। NBCC ਜਿਹੜਾ ਹੈ, ਦੇਖੋ ਅਪਡੇਟਸ ਆਉਂਦੀਆਂ ਰਹਿੰਦੇ ਨੇ, ਨਵੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। NBCC ਨੇ ਅੱਛੀ ਖਬਰ ਇਹ ਹੈ, ਨਿਊ ਬਰੰਜਵਿਕ ਕਮਿਊਨਿਟੀ ਕਾਲਜ ਇਸ ਦੀ ਫੀਸ ਬਹੁਤ ਘੱਟ ਹੈਗੀ ਆ, ਅੱਧੀ ਦੇ ਕਰੀਬ ਹੈਗੀ ਆ। ਉਸ ਨੇ ਜਨਵਰੀ 22 ਵਾਸਤੇ 2 ਪ੍ਰੋਗਰਾਮਸ ਨਵੇਂ ਸ਼ੁਰੂ ਕੀਤੇ ਨੇ, ਜਿਹੜੀ ਕਿ ਇੱਕ ਬੜੀ ਚੰਗੀ ਗੱਲ ਹੈ। ਜਿਹੜੇ ਅਫੋਰਡ ਨਹੀਂ ਕਰਦੇ, ਘੱਟ ਫੀਸ ਖਰਚਣਾ ਚਾਹੁੰਦੇ ਨੇ, ਪੈਸੇ ਘੱਟ ਨੇ ਉਹਨਾਂ ਕੋਲੇ, ਉਹਨਾਂ ਦਾ ਖਾਸ ਸਾਨੂੰ ਖਿਆਲ ਰਹਿੰਦਾ ਹੈਗਾ। ਅਸੀਂ ਉਹਨਾਂ ਦਾ ਕੇਅਰ ਕਰਨਾ ਚਾਹੁੰਦੇ ਹੈਗੇ ਹਾਂ, ਉਹ ਵੀ ਉਹਨਾਂ ਦੀ ਹੈਲਪ ਹੋ ਸਕੇ, ਉਹਨਾਂ ਦੀ ਕੇਅਰ ਹੋ ਸਕੇ ਔਰ ਉਹ ਵੀ ਜਾ ਕੇ ਆਪਣੀ ਜ਼ਿੰਦਗੀ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ 'ਤੇ ਜਾ ਕੇ PR ਲੈ ਕੇ ਆਪਣੀ ਜ਼ਿੰਦਗੀ ਬਣਾ ਸਕਣ। ਬੜੇ ਸਾਰੇ ਕਾਲਜਿਸ ਦੇ ਵਿੱਚ ਫੀਸਾਂ ਘੱਟ ਨੇ। ਲੈਂਪਟਨ ਕਾਲਜ ਟੋਰਾਂਟੋ, ਮਿਸੀਸਾਗਾ ਔਰ ਸਾਰਨੀਆ ਦੇ ਵਿੱਚ ਹੈਗਾ ਔਰ KPU ਕਾਂਟੀਨੈਂਟਲ ਪੋਲੀਟੈਕਨਿਕ ਯੂਨੀਵਰਸਿਟੀ ਸਰੀ ਦੇ ਵਿੱਚ ਹੈਗੀ ਹੈ। CNC ਕਾਲਜ ਆਫ ਨਿਊ ਕੈਲੇਡੋਨੀਆ ਜਿਹੜਾ ਹੈਗਾ ਪ੍ਰਿੰਸ ਜਾਰਜ ਸਿਟੀ ਦੇ ਵਿੱਚ ਔਰ NBCC ਨਿਊ ਬਰੰਜਵਿਕ ਕਮਿਊਨਿਟੀ ਕਾਲਜ, ਸੋ ਨਿਊ ਬਰੰਜਵਿਕ ਪ੍ਰੋਵਿੰਸ ਹੈਗੀ ਆ, ਉੱਥੇ ਪੜ੍ਹ ਕੇ PR ਵੀ ਸੌਖੀ ਹੁੰਦੀ ਆ ਫਟਾਫਟ ਔਰ ਫੀਸ ਬਹੁਤ ਘੱਟ, ਅੱਧੀ ਦੇ ਕਰੀਬ। ਸੋ ਪੜ੍ਹ ਕੇ ਤਾਂ ਸਸਕੈਚਵਾਨ ਦੇ ਵਿੱਚ ਵੀ PR ਬੜੀ ਸੌਖੀ ਹੁੰਦੀ ਹੈ ਔਰ ਮੈਨੀਟੋਬਾ 'ਚ ਵੀ ਪੜ੍ਹ ਕੇ ਸੌਖੀ ਹੁੰਦੀ ਹੈ, ਲੇਕਿਨ ਉੱਥੇ ਫੀਸਾਂ ਜਨਰਲ ਨੇ, ਆਮ ਜਿਹੀਆਂ। ਲੇਕਿਨ ਮੈਂ ਜਿਹੜੇ ਇਹ 4 ਕਾਲਜਿਸ ਦੱਸੇ ਨੇ ਪਹਿਲਾਂ, ਉਹਨਾਂ ਦੇ ਵਿੱਚ ਜਿਹੜਾ ਹੈਗਾ ਫੀਸਾਂ ਵੀ ਘੱਟ ਨੇ। ਨਿਊ ਬਰੰਜਵਿਕ ਕਮਿਊਨਿਟੀ ਕਾਲਜ ਇੱਕ ਸਪਲਾਈ ਚੇਨ ਮੈਨੇਜਮੈਂਟ ਪੋਸਟ ਗ੍ਰੈਜੂਏਟ ਪ੍ਰੋਗਰਾਮ ਹੈ, ਕੋਈ ਵੀ ਡਿਗਰੀ ਹੋਵੇ ਤੇ ਉਸ ਤੋਂ ਬਾਅਦ ਐਡਮਿਸ਼ਨ ਮਿਲੇਗੀ। ਔਰ ਇੱਕ ਹੋਰ ਜਿਹੜਾ ਹੈ ਪੋਸਟ ਸੈਕੰਡਰੀ ਕੋਰਸ ਹੈਗਾ, ਕਲਾਇੰਟ ਸਰਵਿਸ ਮੈਨੇਜਮੈਂਟ। ਸੋ ਇਹ ਜਿਹੜੇ ਹੈ ਉਹਨਾਂ ਦੀ ਐਡਮਿਸ਼ਨਾਂ ਹੁਣ ਤੋਂ ਹੀ ਸ਼ੁਰੂ ਹੋ ਜਾਣੀਆਂ ਨੇ, ਕਿਉਂਕਿ ਫੀਸਾਂ ਘੱਟ ਨੇ, ਬੜੀ ਛੇਤੀ ਪ੍ਰੋਗਰਾਮ ਕੋਰਸ ਦੀ ਸੀਟਾਂ ਫੁੱਲ ਹੋ ਜਾਂਦੀਆਂ ਨੇ, ਫਟਾਫਟ ਪਹਿਲਾਂ ਅਪਲਾਈ ਕਰ ਲੈਣਾ। ਵੈਲਕਮ। ਇੱਕ ਮੇਰੀ ਖਾਸ ਰਿਕੁਐਸਟ ਔਰ ਐਡਵਾਈਸ ਕਿ ਸਾਨੂੰ ਕਾਲਜਿਸ ਜਦੋਂ ਤੁਹਾਡੀ ਐਪਲੀਕੇਸ਼ਨ ਭੇਜਦੇ ਆ ਕਾਲਜਿਸ ਨੂੰ, ਅਸੀਂ ਤੁਹਾਡੀ ਐਡਮਿਸ਼ਨ ਕਰਵਾਉਂਦੇ ਆ, ਉਸ ਤੋਂ ਬਾਅਦ ਤੁਹਾਡਾ ਵੀਜ਼ਾ ਲੈ ਕੇ ਦਿੰਦੇ ਆ ਅਤੇ ਕਾਲਜਿਸ ਸਾਨੂੰ ਆਫਿਸ ਦੇ ਖਰਚੇ ਦਿੰਦੇ ਨੇ ਕਿ ਅਸੀਂ ਸਟੂਡੈਂਟਸ ਨੂੰ ਐਡਵਾਈਸ ਕੀਤਾ ਔਰ ਉਹਨਾਂ ਕੋਲ ਐਡਮਿਸ਼ਨ ਕਰਾਈ, ਭਾਵੇਂ ਕੋਈ ਵੀ 100 ਦੇ 100 ਕਾਲਜਿਸ ਕੈਨੇਡਾ ਦੇ। ਅਸੀਂ ਉਹਨਾਂ ਦੇ ਆਫੀਸ਼ੀਅਲ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਆ ਔਰ ਉਹਨਾਂ ਵਾਸਤੇ ਐਡਮਿਸ਼ਨ ਐਡਵਾਈਸ ਕਰਦੇ ਹਾਂ। ਫਿਰ ਐਡਮਿਸ਼ਨ ਦੇ ਕਾਗਜ਼ ਭੇਜਦੇ ਹਾਂ, ਅੱਡ ਕਾਲਜਾਂ ਦੀ ਅੱਡ ਐਡਮਿਸ਼ਨ ਰਿਕੁਆਇਰਮੈਂਟਸ, ਅੱਡ ਹਿਸਾਬ ਕਿਤਾਬ, ਉਹ ਸਾਰੇ ਡਿਟੇਲਸ ਅਸੀਂ ਰੱਖਣੀਆਂ, ਤੁਹਾਨੂੰ ਦੱਸਣੀਆਂ ਔਰ ਉਸ ਤੋਂ ਬਾਅਦ ਕਾਗਜ਼ ਭੇਜ ਕੇ ਐਡਮਿਸ਼ਨ ਕਰਾਉਣੀ, ਫਿਰ ਅੰਬੈਸੀ ਦੇ ਰੂਲਸ ਦੇ ਮੁਤਾਬਕ ਤੁਹਾਡਾ ਵੀਜ਼ਾ ਲੈ ਕੇ ਦੇਣਾ। ਇਹ ਸਾਰਾ ਜਿਹੜਾ ਹੈਗਾ ਉਸ ਦੇ ਨਾਲ ਕਾਲਜ ਦਿੰਦੇ ਨੇ। ਜੇ ਤੁਸੀਂ ਕਿਸੇ ਕਾਲਜ ਦੇ ਵਿੱਚ ਆਪਣੇ ਆਪ ਐਡਮਿਸ਼ਨ ਕਰਵਾ ਲਈ ਅਤੇ ਉਸ ਤੋਂ ਬਾਅਦ ਸਾਨੂੰ ਫਿਰ ਉਹਨਾਂ ਨੇ ਸਾਡੇ ਆਫਿਸ ਦੇ ਖਰਚੇ ਨਹੀਂ ਦੇਣੇ ਹੁੰਦੇ, ਫਿਰ ਸਾਡੀਆਂ ਫੀਸਾਂ ਲੱਗਦੀਆਂ ਨੇ ਤੁਹਾਡੇ। ਫਿਰ ਤੁਸੀਂ ਜੇ ਆਫਰ ਲੈਟਰ ਲੈ ਕੇ ਆ ਜਾਂਦੇ ਹੋ ਔਰ ਅਤੇ ਸਾਡੇ ਕੋਲੋਂ ਵੀਜ਼ਾ ਲਵਾਉਣ ਵਾਸਤੇ ਅਸੀਂ ਕਰਦੇ ਹਾਂ ਤੁਹਾਡਾ ਫਾਈਲ ਕੇਸ, ਅਤੇ ਉਸ ਦੇ ਵਾਸਤੇ ਤੁਹਾਨੂੰ ਫੀਸ ਕਾਫੀ ਸਾਰੀ ਦੇਣੀ ਪੈਂਦੀ ਹੈਗੀ ਹੈ। ਸੋ ਬੈਟਰ ਕਿ ਤੁਸੀਂ ਐਡਮਿਸ਼ਨ ਆਪਣੇ ਆਪ ਨਹੀਂ ਲੈਣੀ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਤੁਹਾਨੂੰ ਕੋਈ ਵੀ ਡਿਸਕਾਊਂਟ ਜਾਂ ਕਿਸੇ ਤਰ੍ਹਾਂ ਦਾ, ਨਾ ਆਪਣੇ ਆਪ ਅਪਲਾਈ ਕਰਨ ਨਾਲ ਕੋਈ ਡਿਸਕਾਊਂਟ ਮਿਲਣਾ, ਨਾ ਸਾਡੇ ਥਰੂ ਅਪਲਾਈ ਕਰਨ ਨਾਲ ਡਿਸਕਾਊਂਟ ਮਿਲਣਾ। ਫਾਇਦਾ ਕੀ ਹੋਣਾ ਕਿ ਸਾਡੇ ਇੰਨੇ ਸਾਲ ਪੁਰਾਣੇ ਤਜਰਬਿਆਂ ਦਾ ਤੁਹਾਨੂੰ ਫ੍ਰੀ ਦੇ ਵਿੱਚ ਫਾਇਦਾ ਹੋ ਜਾਣਾ, ਕਿਉਂਕਿ ਅਸੀਂ ਤੁਹਾਡੇ ਕੋਲੋਂ ਫੀਸ ਨਹੀਂ ਲੈਣੀ ਸਟੂਡੈਂਟ ਵੀਜ਼ਾ ਵਾਸਤੇ। ਇਹੀ ਅਗਰ ਪਰਮਾਨੈਂਟ ਰੈਜ਼ੀਡੈਂਟ PR ਦੇ ਜਾਂ ਕਿਸੇ ਸਪਾਊਸ ਵੀਜ਼ਾ ਦੇ ਜਾਂ ਵਿਜ਼ਟਰ ਵੀਜ਼ਾ ਦੇ ਕੇਸਿਸ ਹੁੰਦੇ ਨੇ, ਉਹਨਾਂ ਕੋਲੋਂ ਕਾਫੀ 20,000 50,000 ਇਸ ਤਰ੍ਹਾਂ ਕਾਫੀ ਸਾਰੀਆਂ ਫੀਸਾਂ ਲੱਗਦੀਆਂ ਨੇ। ਸੋ ਇਹ ਸਟੱਡੀ ਵੀਜ਼ਾ 'ਚ ਫੀਸ ਨਹੀਂ ਹੈਗੀ, ਵੈਲਕਮ, ਉਸ ਦਾ ਫਾਇਦਾ ਚੁੱਕੋ। ਓਵਰਆਲ 6 ਨਾਟ ਲੈਸ ਦੈਨ 5.5 ਜਿਹੜਾ ਹੈ 5.5 ਜਿਹੜਾ, ਜਿਸ ਤਰ੍ਹਾਂ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ, ਉਹਨਾਂ ਵਾਸਤੇ ਪੋਸਟ ਸੈਕੰਡਰੀ ਜਿਹੜੇ 12ਵੀਂ ਵਾਲੇ ਸਟੂਡੈਂਟਸ ਵਾਸਤੇ ਵੀ ਗ੍ਰੈਜੂਏਟਸ, ਮਾਸਟਰਸ, MCOM, MCA, MTech, MBA, ਇਹ ਸਾਰੇ ਜਿਹੜੇ ਮਾਸਟਰਸ, MA ਹੈਗੇ ਨੇ, MSc ਕੰਪਿਊਟਰ, ਸਾਰੇ ਇਹਨਾਂ ਵਾਸਤੇ MCA, ਇਹ ਈਵਨ ਓਵਰਆਲ 6 ਨਾਟ ਲੈਸ ਦੈਨ 5.5 ਵੈਲਕਮ। ਇਹਨਾਂ ਨੂੰ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ, ਸਪੈਸ਼ਲਾਈਜ਼ਡ ਪ੍ਰੋਗਰਾਮ ਵਿੱਚ ਐਡਮਿਸ਼ਨ ਕਰਾ ਕੇ ਬਹੁਤ ਸਾਰੇ ਵੀਜ਼ੇ ਲੱਗਦੇ, ਕੋਈ ਪ੍ਰੋਬਲਮ ਨਹੀਂ।
ਗੱਲਾਂ ਬਹੁਤ ਸਾਰੀਆਂ ਨੇ, ਸਵਾਲ ਬਹੁਤ ਨੇ ਜਿਨ੍ਹਾਂ ਨੇ ਸਾਨੂੰ ਇਹ ਜਿਹੜਾ ਲਾਈਵ ਸੈਸ਼ਨ ਤੇ ਇਹ ਕੁਐਸਚਨ ਪਾਏ ਨੇ, ਜਿਹੜੇ ਕੁਐਸਚਨ ਪਾਉਂਦੇ ਨੇ, ਕੁਝ ਹੁਣੇ ਹੀ ਅਸੀਂ ਜਵਾਬ ਦੇ ਰਹੇ ਹਾਂ ਨਾਲ ਦੀ ਨਾਲ, ਔਰ ਨਹੀਂ ਜਿਨ੍ਹਾਂ ਦੇ ਦੇ ਪਾਉਂਦੇ ਉਹਨਾਂ ਦੇ ਠਹਿਰ ਕੇ ਦੇਵਾਂਗੇ, ਲੇਕਿਨ ਜ਼ਰੂਰ ਜਵਾਬ ਦੇਵਾਂਗੇ। ਔਰ ਫਿਰ ਵੀ ਕੋਈ ਕੁਐਸਚਨ ਹੋਵੇ 70613 70613 ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਨੇੜਲੇ ਤੁਹਾਡੇ ਸਾਡਾ ਆਫਿਸ 12 ਆਫਿਸ ਨੇ ਇੰਡੀਆ ਦੇ ਵਿੱਚ, ਉਹਨਾਂ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਕਾਉਂਸਲਰ ਨਾਲ, ਮੈਨੇਜਰ ਨਾਲ ਗੱਲ ਕਰਕੇ ਤੁਸੀਂ ਆਪਣੀ ਕੁਐਰੀ ਸੋਲਵ ਕਰਾ ਸਕਦੇ ਹੋ। ਸਾਡੇ ਬਾਰੇ, ਮੇਰੇ ਬਾਰੇ ਔਰ ਉਹ ਦੇਖਣ ਵਾਸਤੇ, ਮੇਰੀ ਡਿਟੇਲ ਦੇਖਣ ਵਾਸਤੇ ਤੁਸੀਂ ਵੈਬਸਾਈਟ ਸਾਡੀ pioneerimmigration.com ਖੋਲ੍ਹਣੀ ਹੈ, ਅਤੇ ਖੋਲ੍ਹ ਦੇ ਨਾਲ ਹੀ 15 ਮਿੰਟ ਦੀ ਵੀਡੀਓ ਚੱਲੇਗੀ, ਉਹ ਤੁਸੀਂ ਦੇਖਣੀ ਹੈ। ਉਸ ਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਏਗੀ। ਵੈਲਕਮ, ਮਿਹਰਬਾਨੀ, ਧੰਨਵਾਦ ਜੁੜਨ ਵਾਸਤੇ। ਅਗਲੇ ਸ਼ਨੀਵਾਰ ਸਵੇਰੇ 11 ਵਜੇ ਫਿਰ ਨਵੀਆਂ ਅਪਡੇਟਸ, ਨਵੀਆਂ ਗੱਲਾਂ ਔਰ ਨਵੀਂ ਸੁਝਾਅ, ਨਵੀਂ ਜਿਹੜੀਆਂ ਐਡਵਾਈਸ ਸ਼ੇਅਰ ਕਰਾਂਗੇ ਸਟੂਡੈਂਟਸ ਨਾਲ। ਔਰ ਅਗੇਨ ਫਿਰ ਦੁਬਾਰਾ ਸਟੂਡੈਂਟਸ, ਉਹਨਾਂ ਦੇ ਪੇਰੈਂਟਸ ਔਰ ਘਰ ਦੇ ਔਰ ਇਹਨਾਂ ਨਾਲ ਜਿਹੜੇ ਮੇਰੇ ਅਜ਼ੀਜ਼ ਨੇ, ਖਾਸ ਨੇ, ਜਿਨ੍ਹਾਂ ਨੇ ਇਸ ਕੰਪਨੀ ਨੂੰ ਬਹੁਤ ਟੌਪ 'ਤੇ ਪਹੁੰਚਾਇਆ ਹੈਗਾ, ਉਹਨਾਂ ਦੇ ਨਾਲ 100% ਓਨੈਸਟੀ, ਟਰਾਂਸਪੇਰੈਂਸੀ, ਪਰਸਨਲ ਕੇਅਰ, ਐਕਸਪਰਟੀਜ਼, ਹਰ ਚੀਜ਼ ਦਾ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਵਾਅਦਾ ਕਰਦੇ ਹੋਏ ਇਜਾਜ਼ਤ। ਸਤਿ ਸ਼੍ਰੀ ਅਕਾਲ।